ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੇ, ਹਰ ਹਰ ਨਾਮ ਧਿਆਇਆ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਨਾਮ ਏਕ ਲਿਵ, ਮਨ ਜਪੈ ਦ੍ਰਿੜ। ਤਿਨ ਜਨ ਦੁਖ ਪਾਪ, ਕਹੋ ਕਤ ਹੋਵੈ ਜੀਓ। ਤਾਰਨ ਤਰਣ ਖਿਨ ਮਾਤਰ, ਜਾ ਕਉ ਦ੍ਰਿਸ਼ਟ ਧਾਰੈ। ਸ਼ਬਦ ਰਿਦ ਵਿਚਾਰੈ, ਕਾਮ ਕ੍ਰੋਧ ਖੋਵੈ ਜੀਓ। ਜੀਵਨ ਸਭਨ ਦਾਤਾ, ਅਗਮ ਗਿਆਨ ਵਿਖਿਆਤਾ। ਅਹਨਸ ਧਿਆਨ ਤਹਾਵੈ, ਪਲਕ ਨ ਸੋਵੈ ਜੀਓ। ਜਾ ਕਉ ਦੇਖਤ ਦਰਿਦਰ ਜਾਵੈ, ਨਾਮ ਸੋ ਨਿਧਾਨ ਪਾਵੈ। ਗੁਰਮੁਖ ਗਿਆਨ ਦੁਰਮਤ, ਮੈਲ ਧੋਵੈ ਜੀਓ। ਸਤਿਗੁਰ ਨਾਮ ਏਕ ਲਿਵ, ਮਨ ਜਪੈ ਦ੍ਰਿੜ। ਤਿਨ ਜਨ ਦੁਖ ਪਾਪ, ਕਹੋ ਕਤ ਹੋਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ। ਸਤਿਗੁਰੂ ਸਾਹਿਬ ਜੀ ਦੀ ਦਇਆ ਨਿਵਾਜਿਸ਼ ਦਾ ਸਦਕਾ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਪ੍ਰਤੀਤ ਦੇ ਨਾਲ ਸਤਿਗੁਰੂ ਕੇ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਭਗਤੀ ਕਰਮ ਦੇ ਨਾਲ, ਸ਼ਬਦ ਦੀ ਸਾਧਨਾ ਕਰਮ ਦੇ ਨਾਲ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ। ਬੜੇ ਸੁਭਾਗਸ਼ਾਲੀ ਹੋ ਜੀ, ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪ੍ਰਵਾਹ ਦੇ ਅੰਤਰਗਤ ਪਟ ਸਾਹਿਬਾਨਾਂ ਦੀ ਬਾਣੀ ਦੇ ਪਾਵਨ ਰੂਪ ਦੇ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਤਿਨਾਂ ਦੇ ਅਗੰਮ ਅਗੋਚਰ ਅਕਥ ਸਰੂਪ ਦੀ
ਬਾਣੀ ਰੂਪ ਦੁਆਰਾ ਸਿਫਤ ਸਲਾਹ ਸ਼ਰਵਣ ਕਰਕੇ ਲੜੀਵਾਰ ਵਿਚਾਰ ਦੇ ਨਾਲ ਜੁੜ ਕੇ ਨਿਰੰਤਰ ਅਧਿਆਤਮਿਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਿਨਾਂ ਦੀ ਅਗੰਮ ਅਗੋਚਰ ਸਰੂਪ ਦੀ ਸਿਫਤ ਕਰਦਿਆਂ ਪਾਠ ਕੱਲ੍ਹ ਸਹਾਰ ਜੀ ਨੇ ਆਰੰਭ ਦੇ ਵਿੱਚ 13 ਸਵਈਆਂ ਦੇ ਰੂਪ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਅਕਥ ਮਹਿਮਾ ਕਥਦਿਆਂ ਹੋਇਆਂ ਜ਼ਿਕਰ ਕੀਤਾ ਸੀ। ਇਹ ਰਾਜ ਜੋਗ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੈ। ਭਾਵ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਗ੍ਰਸਤ ਦਾ ਮਾਧਿਅਮ ਧਾਰਨ ਕਰਕੇ ਗ੍ਰਸਤ ਦੇ ਦੁਨਿਆਵੀ ਜਗਤ ਵਿੱਚ ਰਹਿਣ ਦਾ ਕਰਮ ਕਰਕੇ ਇਸ ਸਾਰੇ ਤੋਂ ਨਿਰਲੇਪ ਰਹਿ ਕੇ ਨਿਰਮਲ ਜੀਵਨ ਦੀ ਕਿਵੇਂ ਕਮਾਈ ਕੀਤੀ ਜਾਂਦੀ ਹੈ, ਇਹ ਸਾਰਾ ਭੇਦ ਸੰਸਾਰ ਨੂੰ ਸਿਖਲਾਇਆ ਹੈ। ਦੂਜੀ ਤਰਫ ਇਹ ਰਾਜ ਜਨਕ ਰਾਜ ਗੁਰੂ ਰਾਮਦਾਸ ਕਿ ਆਪ ਜੀ ਨੇ ਐਸਾ ਅਧਿਆਤਮਿਕ ਰਾਜ ਕਾਇਮ ਕੀਤਾ ਹੈ ਕਿ ਜਿਹੜਾ ਮਨੁੱਖ ਆਪਣੇ ਪਾਪ ਤੋਂ ਆਪਣੇ ਕੀਤੇ ਅਗਿਆਨ ਕਰਮਾਂ ਕਰਕੇ ਭਟਕਣ ਤੋਂ ਵਿਕਾਰਾਂ ਤੋਂ ਨਹੀਂ ਛੁਟਕ ਸਕਦਾ, ਉਹ ਆਪ ਜੀ ਦੀ ਸ਼ਰਨ ਪੈ ਗਿਆ ਤੇ ਉਹਦੇ ਸਮੁੱਚੇ ਜੀਵਨ ਦਾ ਕਲਿਆਣ ਹੋ ਜਾਂਦਾ ਹੈ। ਇਸ ਤਰ੍ਹਾਂ ਭੱਟ ਕੱਲ੍ਹ ਸਹਾਰ ਜੀ ਨੇ 13 ਸਵਈਆਂ ਦੇ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੀ ਸਿਫਤ ਕਥੀ ਸੀ। ਹੁਣ ਅਗਲੇ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਦੀ ਸਿਫਤ ਕਥਦੇ ਹਨ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਬਰਕਤ ਨੂੰ, ਉਹਨਾਂ ਦੀ ਰਹਿਮਤ ਨੂੰ ਮੰਨਣਾ ਹੈ ਤਾਂ ਕਿਵੇਂ ਦੀ ਸਾਧਨਾ ਕਰਨੀ ਪਵੇਗੀ, ਅਤੇ ਜਦੋਂ ਸਤਿਗੁਰੂ ਦੀ ਰਹਿਮਤ ਹੋ ਜਾਂਦੀ ਹੈ ਉਹਦੇ ਨਿਸ਼ਾਨ ਕੀ ਹਨ। ਤਾਂ ਸਤਿਗੁਰੂ ਦੀ ਰਹਿਮਤ ਨੂੰ ਮੰਨਣ ਦੇ ਲਈ ਭੱਟ ਸਾਹਿਬਾਨ ਜੀ ਨੇ ਜ਼ਿਕਰ ਕੀਤਾ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਰ ਕੇ ਏਕ ਲਿਵ ਭਾਵ ਕਿ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਬਾਕੀ ਨਹੀਂ ਰਹਿੰਦਾ, ਜਿਹਦੇ ਵਿੱਚ ਮਨ ਦੀ ਕੋਈ ਭਟਕਣ ਨਹੀਂ ਬਾਕੀ ਰਹਿੰਦੀ, ਇਸ ਤਰ੍ਹਾਂ ਜਿਹੜੇ ਸਤਿਗੁਰੂ ਦੇ ਨਾਮ ਨੂੰ ਦ੍ਰਿੜ ਕਰਕੇ ਜਪਦੇ ਹਨ ਅਤੇ ਉਹਨਾਂ ਦੀ ਲਿਵ ਇਕਾਗਰ ਹੋ ਜਾਂਦੀ ਹੈ, ਮਨ ਸੰਪੂਰਨ ਢੰਗ ਦੇ ਨਾਲ ਸ਼ੁੱਧ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਾਧਨਾ ਕਰਨੀ ਪੈਂਦੀ ਹੈ ਸਤਿਗੁਰੂ ਦੀ ਰਹਿਮਤ ਨੂੰ ਮੰਨਣ ਦੇ ਲਈ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ। ਜਿਹੜੇ ਇਕਾਗਰ ਹੋ ਕੇ ਆਪਣੀ ਸੁਰਤ ਨੂੰ ਲਿਵ ਦੇ ਵਿੱਚ ਤਬਦੀਲ ਕਰਕੇ ਸਤਿਗੁਰੂ ਦੇ ਨਾਮ ਦੀ ਆਰਾਧਨਾ ਕਰਦੇ ਹਨ। ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਤਿੰਨ ਜਨ ਦੁੱਖ ਪਾਪ, ਉਹਨਾਂ ਜੀਵਾਂ ਦੇ ਨੇੜੇ ਜਿਹੜਾ ਦੁੱਖ ਹੈ ਪਾਪ ਹੈ ਕਿਵੇਂ ਆ ਸਕਦਾ ਜਾਂ ਕਿਵੇਂ ਉਹਨਾਂ ਨੂੰ ਦੁੱਖ ਪਾਪ ਲੱਗ ਸਕਦਾ ਹੈ, ਇਸ ਦਾ ਵਿਸਥਾਰ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂ। ਸਿਮਰਨ ਦੇ ਵਿੱਚ ਜਿਹੜੇ ਸਿਮਰਨ ਦੇ ਮਾਰਗ ਦੀ ਸਾਧਨਾ ਹੈ ਉਹ ਕਿਸ ਤਰ੍ਹਾਂ ਦੀ ਹੈ। ਜਦ ਅਸੀਂ ਕਿਸੇ ਰੱਬੀ ਨਾਮ ਦਾ ਉਚਾਰਨ ਆਪਣੀ ਜ਼ੁਬਾਨ ਤੋਂ ਪਹਿਲੀ ਦਫਾ ਉਚਾਰਦੇ ਹਾਂ ਅਤੇ ਉਹ ਕੇਵਲ ਉਚਾਰਨ ਹੁੰਦਾ ਹੈ। ਜਿਵੇਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੀਏ ਨਾ ਤਾਂ ਸਾਨੂੰ ਇਹਦੇ ਅਰਥ ਦਾ ਪਤਾ ਹੈ, ਇਹਦੇ ਅਰਥ ਦੇ ਪ੍ਰਕਾਸ਼ ਦੇ ਨਾਲ ਜਿਹੜੀ ਸਿਖਰਲਾ ਅਨੁਭਵ ਹੈ ਕਿ ਵਾਹਿਗੁਰੂ ਕਹਿੰਦਿਆਂ ਬੰਦਾ ਕਿੱਥੇ ਪਹੁੰਚ ਜਾਂਦਾ ਹੈ। ਜਿਵੇਂ ਇੱਕ ਬੱਚੇ ਦੀ ਆਪਣੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਅਜੇ ਚੱਲਣ ਫਿਰਨ ਤੋਂ ਅਸਮਰੱਥ ਹੈ, ਉਹਦੀ ਚੀਕ ਦਾ ਸਿਖਰਲਾ ਅਨੁਭਵ ਕੀ ਹੈ ਕਿ ਉਹਦੀ ਮਾਤਾ ਤੱਕ ਉਹਦੀ ਆਵਾਜ਼ ਪੁੱਜ ਗਈ ਤਾਂ ਉਹ ਜ਼ਰੂਰ ਉਹਦੀ ਤਰਫ ਪਰਤੇਗੀ। ਫਿਰ ਜੋ ਵੀ ਉਹਦਾ ਦਰਦ ਨਿਵਾਰਨ ਕਰਨਾ ਹੋਇਆ, ਉਹਦੀ ਭੁੱਖ ਦਾ ਨਿਵਾਰਨ ਕਰਨਾ ਹੋਇਆ, ਜੋ ਵੀ ਹੋਇਆ ਉਹ ਕਰੇਗੀ। ਹੁਣ ਜਿਵੇਂ ਅਸੀਂ ਵਾਹਿਗੁਰੂ ਸ਼ਬਦ ਨੂੰ ਉਚਾਰਦੇ ਹਾਂ, ਪਹਿਲੀ ਗੱਲ ਸਾਨੂੰ ਅਰਥ ਨਹੀਂ ਪਤਾ। ਜਦੋਂ ਅਰਥ ਨਹੀਂ ਪਤਾ ਅਤੇ ਅਰਥ ਦਾ ਅਨੁਭਵ ਨਹੀਂ ਪਤਾ ਹੋਏਗਾ
ਜਦੋਂ ਅਨੁਭਵ ਨਹੀਂ ਪਤਾ ਹੋਏਗਾ ਤੇ ਸਾਡੇ ਉਹਦੇ ਵੱਲ ਕਦਮ ਨਹੀਂ ਚੱਲਣਗੇ, ਭਾਵੇਂ ਅਸੀਂ 100 ਦਫਾ ਆਖ ਲਈਏ, ਭਾਵੇਂ ਲੱਖ ਦਫਾ ਕਿਉਂ ਨਾ ਆਖ ਲਈਏ। ਹੁਣ ਕੁਦਰਤੀ ਹੈ ਪੈਸਾ, ਜਿਹੜਾ ਅਸੀਂ ਜਿਹੜੇ ਪੈਸੇ ਲਈ ਭੱਜ ਦੌੜ ਕਰਦੇ ਹਾਂ, ਇਹਦਾ ਸਾਨੂੰ ਅਰਥ ਪਤਾ ਹੈ ਕਿ ਜੇ ਮੇਰੀ ਜੇਬ ਦੇ ਵਿੱਚ 1000 ਰੁਪਇਆ ਹੋਏਗਾ, ਮੈਂ ਆਪਣੇ ਮਨ ਦੀ ਖਾਣ ਪੀਣ ਪਹਿਨਣ ਦੀ ਕੋਈ ਇੱਛਾ ਪੂਰੀ ਕਰ ਸਕਦਾ। ਇਸ ਕਰਕੇ ਅਸੀਂ ਉਹਦੇ ਬਾਰੇ 15 ਘੰਟੇ ਵੀ ਦਿਨ ਦੇ ਵਿੱਚ ਲਗਾਉਂਦੇ ਹਾਂ, 18 ਘੰਟੇ ਵੀ ਮਿਹਨਤ ਕਰਦੇ, ਕਿਉਂਕਿ ਪੈਸੇ ਦਾ ਅਰਥ ਪਤਾ ਹੈ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਕਿ ਸ਼ਬਦ ਨੂੰ ਪਹਿਲਾਂ ਜਦੋਂ ਅਸੀਂ ਪਹਿਲੀ ਦਫਾ ਵਾਹਿਗੁਰੂ ਦਾ ਉਚਾਰਨ ਕਰਦੇ ਹਾਂ ਆਪਣੀ ਜ਼ੁਬਾਨ ਤੋਂ, ਇਹ ਜਪ ਹੁੰਦਾ ਹੈ। ਅਤੇ ਜਦੋਂ ਬਹੁਤ ਵਾਰੀ ਅਸੀਂ ਇਸ ਨੂੰ ਬਾਰ-ਬਾਰ ਉਚਾਰਨ ਕਰਦੇ ਹਾਂ ਤਾਂ ਇਹ ਜਪ ਦੀ ਨਿਰੰਤਰਤਾ ਬਣ ਜਾਂਦੀ ਹੈ। ਭਾਵ ਕਿ ਜਿਵੇਂ ਮਨੁੱਖ 5-4 ਦਿਨ ਅਭਿਆਸ ਕਰ ਦੇਣਗੇ ਫਿਰ ਛੱਡ ਦੇਣਗੇ, ਨਿਰੰਤਰ ਲਗਾਤਾਰ ਕਈ ਵਰਸ਼ ਤੱਕ ਅਭਿਆਸ ਕਰਦੇ ਰਹਿਣਾ, ਇਹਨੂੰ ਜਪ ਦੀ ਨਿਰੰਤਰਤਾ ਆਖਦੇ ਹਨ। ਜਦੋਂ ਜਪ ਦੀ ਨਿਰੰਤਰਤਾ ਬਣਦੀ ਹੈ ਤਾਂ ਫਿਰ ਬੰਦੇ ਨੂੰ ਕਈ ਵਰਸ਼ਾਂ ਬਾਅਦ ਐਸਾ ਅਨੁਭਵ ਹੁੰਦਾ ਹੈ ਕਿ ਹੁਣ ਮੇਰੀ ਜ਼ੁਬਾਨ ਨੂੰ ਵਾਹਿਗੁਰੂ ਕਹਿਣ ਦੀ ਲੋੜ ਨਹੀਂ, ਹੁਣ ਮੇਰੀ ਬੁੱਧੀ ਨੂੰ ਵੀ ਅੰਦਰਲੇ ਮਨ ਤੋਂ ਵਾਹਿਗੁਰੂ ਕਹਿਣ ਦੀ ਲੋੜ ਨਹੀਂ। ਮੈਂ ਕਿਸੇ ਇਸ ਤਰ੍ਹਾਂ ਦੇ ਸਰੋਤ ਨਾਲ ਜੁੜ ਗਿਆ ਹਾਂ ਜਿੱਥੇ ਇਉਂ ਲੱਗਦਾ ਕਿ ਆਪਣੇ ਆਪ ਉਚਾਰਨ ਹੋਣ ਲੱਗ ਪਏ। ਇਹਨੂੰ ਅਜੱਪਾ ਜਾਪ ਦੀ ਅਵਸਥਾ ਆਖਦੇ ਹਨ। ਫਿਰ ਜਦੋਂ ਇਹ ਬੜੇ ਸਿਖਰ 'ਤੇ ਹੋਰ ਗਹਿਰੀ ਚਲੀ ਜਾਂਦੀ ਹੈ ਤਾਂ ਫਿਰ ਮਨੁੱਖ ਨੂੰ ਆਪਣੇ ਨਿੱਜ ਸਰੂਪ ਦਾ ਅਨੁਭਵ ਹੋਣ ਲੱਗ ਪੈਂਦਾ। ਨਿੱਜ ਸਰੂਪ ਦਾ ਮਤਲਬ ਕਿ ਫਿਰ ਬੰਦੇ ਨੂੰ ਦੇਹ ਦੇ ਆਲੇ ਦੁਆਲੇ ਜਿੰਨੇ ਡਰ ਚੱਲ ਰਹੇ ਹੁੰਦੇ ਨੇ, ਉਹਦੇ ਜੀਵਨ 'ਚ ਜਿੰਨੇ ਦੁੱਖ ਭਰੀਆਂ ਅਵਸਥਾਵਾਂ ਚੱਲ ਰਹੀਆਂ ਹੁੰਦੀਆਂ ਨੇ, ਜਾਂ ਜੀਵਨ ਜਿਹੜੇ ਤਣਾਵਾਂ ਵਿੱਚ ਫਸਿਆ ਹੁੰਦਾ ਹੈ, ਸ਼ਬਦ ਦਾ ਗਹਿਰਾ ਅਭਿਆਸ ਕਰਨ ਕਰਕੇ ਮਨੁੱਖ ਨੂੰ ਆਪਣਾ ਨਿੱਜ ਸਰੂਪ ਦਾ ਅਨੁਭਵ ਕਰਕੇ ਉਸ ਸਾਰੇ ਕੁਝ ਤੋਂ ਲੱਗਦਾ ਕਿ ਮੈਂ ਇਹਦੇ ਵਿੱਚ ਹੈ ਹੀ ਨਹੀਂ। ਜਿਵੇਂ ਗੁਰੂ ਸਿੱਖ ਸ਼ਹੀਦਾਂ ਦੀ ਗੱਲ ਹੈ, ਉਹਨਾਂ ਦੇ ਸਿਰ 'ਤੇ ਮੌਤ ਦਾ ਸੰਕਟ ਮੰਡਰਾ ਰਿਹਾ ਹੈ, ਜ਼ੁਲਮ ਦਾ ਇੱਕ ਕਰੂਰ ਚਿਹਰਾ ਉਹਨਾਂ ਦੇ ਸਾਹਮਣੇ ਹੈ, ਪਰ ਉਹਨਾਂ ਦੇ ਚਿਹਰੇ 'ਤੇ ਨਾ ਡਰ ਹੈ ਨਾ ਅੰਦਰੂਨੀ ਕਿਸਮ ਦਾ ਕੋਈ ਤੌਖਲਾ ਹੈ, ਕਿਉਂਕਿ ਸ਼ਬਦ ਦੇ ਅਭਿਆਸ ਨਾਲ ਉਹਨਾਂ ਨੇ ਆਪਣੇ ਨਿੱਜ ਸਰੂਪ ਨੂੰ ਜਾਣ ਲਿਆ ਹੈ। ਉਹ ਨਿੱਜ ਸਰੂਪ ਜਿਹੜਾ ਨਾ ਤਾਂ ਤਲਵਾਰ ਨਾਲ ਕੱਟਿਆ ਜਾ ਸਕਦਾ, ਨਾ ਅੱਗ ਨਾਲ ਜਲਾਇਆ ਜਾ ਸਕਦਾ, ਨਾ ਪਾਣੀ 'ਚ ਡੁੱਬ ਸਕਦਾ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਨੂੰ ਸਿਮਰਨਾ ਹੈ, ਜੇ ਉਹਨਾਂ ਦੇ ਸਰੂਪ ਦਾ ਮਨ 'ਚ ਧਿਆਨ ਧਰਨਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਭਾਵ ਨੂੰ ਜਾਣਨਾ ਪਏਗਾ। ਹੁਣ ਜਿਵੇਂ ਅਸੀਂ ਇਸ ਸੰਬੰਧ ਵਿੱਚ ਜ਼ਿਕਰ ਕਰ ਰਹੇ ਹਾਂ ਤਾਂ ਅਸੀਂ ਕਹਾਂਗੇ ਜੀ ਹੁਣ ਇੱਥੇ ਜੇ ਗੁਰੂ ਰਾਮਦਾਸ ਜੀ ਦੇ ਸਰੂਪ ਦਾ ਧਿਆਨ ਧਰਨਾ ਹੈ, ਫਿਰ ਅਸੀਂ ਵਾਹਿਗੁਰੂ ਸ਼ਬਦ ਨਹੀਂ ਕਹਿ ਸਕਦੇ, ਕਿਉਂਕਿ ਵਾਹਿਗੁਰੂ ਸ਼ਬਦ ਕੁਝ ਹੋਰ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਹੋਰ ਹੈ। ਤਾਂ ਫਿਰ ਸਾਨੂੰ ਨਾਮ ਦਾ ਧਿਆਨ ਹੀ ਧਰਨਾ ਪਏਗਾ ਜੋ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ। ਉਹ ਧਿਆਨ ਧਰਨਾ ਕੀ ਹੈ? ਰਾਮ ਦਾ ਭਾਵ ਹੈ ਕਿ ਜਿਹੜਾ ਕੁੱਲ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ। ਸਾਡੀ ਦ੍ਰਿਸ਼ਟੀ ਆਖਦੀ ਹੈ ਹਰਿਮੰਦਰ ਸਾਹਿਬ ਦੇ ਅੰਦਰ ਹੀ ਗੁਰੂ ਰਾਮਦਾਸ ਸਾਹਿਬ ਦਾ ਨਿਵਾਸ ਹੈ, ਬਾਹਰ ਕਿਸੇ ਕਾਇਨਾਤ ਦੇ ਵਿੱਚ ਨਹੀਂ। ਪਰ ਜੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਰਨਾ ਹੈ ਤਾਂ ਉਹਨਾਂ ਦੇ ਪਹਿਲੇ ਨਾਮ ਦਾ ਭਾਵ, ਪਹਿਲਾ ਨਾਮ ਦਾ ਪਹਿਲਾ ਪਦ ਜਿਹਨੂੰ ਰਾਮ ਕਿਹਾ ਜਾਂਦਾ ਹੈ, ਕਿ ਰਾਮ ਦਾ ਭਾਵ ਜਿਹੜਾ ਸਾਰੇ ਜ਼ਰਰੇ ਜ਼ਰਰੇ ਕਾਇਨਾਤ ਦੇ ਵਿੱਚ ਸਮਾ ਰਿਹਾ ਹੈ, ਜਿਹਦੇ ਪ੍ਰਕਾਸ਼ ਕਰਕੇ ਹੀ ਸਾਰੀ ਸ੍ਰਿਸ਼ਟੀ ਬਣੀ ਹੈ, ਜਿਹਦੇ ਪ੍ਰਕਾਸ਼ ਕਰਕੇ ਸਾਰੇ ਜਗਤ ਦਾ ਨੇਮ ਚੱਲ ਰਿਹਾ ਹੈ। ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਗੁਰੂ ਰਾਮਦਾਸ ਸਾਹਿਬ ਜੀ ਦੇ ਰਮੰਤੀ ਰੂਪ ਨੂੰ ਸਮਝਣਾ ਅਤੇ ਦਾਸ ਭਾਵ ਕਰਕੇ ਉਹਦੇ ਨਾਲ ਜੁੜਨਾ, ਇਹ ਗੁਰੂ ਸਰੂਪ ਦਾ ਧਿਆਨ ਹੈ। ਭਾਵ ਕਿ ਕਿਸੇ ਵੀ ਮਨੁੱਖ ਦੇ ਅੰਦਰ ਜਦ ਆਤਮ ਦੇਖਦੇ ਹਾਂ ਅਤੇ ਦਾਸ ਦੇ ਵਿੱਚ ਅਦਬ ਹੁੰਦਾ ਹੈ, ਦਾਸ ਪੁਣੇ ਦੇ ਵਿੱਚ ਸਮਰਪਣ ਹੁੰਦਾ ਹੈ ਕਿ ਸਾਰੀ ਕਾਇਨਾਤ ਦੇ ਵਿੱਚ ਜੋ ਮਾਲਕ ਦਾ ਸਰੂਪ ਹੈ ਉਹਨੂੰ ਬੁੱਝ ਕੇ ਅਤੇ ਇਹਨੂੰ ਸਾਰੇ ਨੂੰ ਪਹਿਲਾਂ ਵੱਖਰਾ ਬੁੱਝਣਾ ਅਤੇ ਫਿਰ ਗੁਰੂ ਰਾਮਦਾਸ ਦੇ ਵਿੱਚ ਜਾਣਨਾ ਹੈ। ਜਿਵੇਂ ਮਮਤਾ ਸਾਰੀਆਂ ਮਾਵਾਂ ਦਾ ਸਾਂਝਾ ਗੁਣ ਹੈ, ਪਰ ਬੰਦੇ ਨੂੰ ਆਪਣੀ ਮਾਤਾ ਤੋਂ ਜ਼ਿਆਦਾ ਵਧੇਕ ਮਿਲਦੀ ਹੈ। ਇੰਝ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਨੂੰ ਪਹਿਲਾਂ ਸਾਰੀ ਕਾਇਨਾਤ ਵਿੱਚ ਦੇਖਣਾ ਅਤੇ ਸਮਰਪਣ ਕਰਨਾ। ਦਾਸ ਦਾ ਭਾਵ ਸਮਰਪਣ ਹੁੰਦਾ ਹੈ। ਜਦੋਂ ਸਾਡਾ ਸਮਰਪਣ ਜਾਗ ਪਿਆ ਅਤੇ ਫਿਰ ਸਤਿਗੁਰੂ ਦੇ ਨਾਮ ਦੇ ਨਾਲ ਸਾਡਾ ਧਿਆਨ ਲੱਗ ਜਾਏਗਾ ਅਤੇ ਜਦੋਂ ਇਸ ਤਰ੍ਹਾਂ ਸੁਰਤ ਗਹਿਰੀ ਚਲੀ ਜਾਵੇਗੀ ਫਿਰ ਸਾਡੀ ਲਿਵ ਇਕਾਗਰ ਹੋ ਜਾਏਗੀ। ਲਿਵ ਇਕਾਗਰ ਹੋਣ ਦਾ ਭਾਵ ਇਹ ਹੈ ਕਿ ਫਿਰ ਜੀਵਨ ਦੇ ਬਾਹਰੀ ਤੌਖਲੇ ਸਾਰੇ ਮੁੱਕ ਜਾਂਦੇ ਹਨ। ਹੁਣ ਲਿਵ ਇਕਾਗਰ ਦੀ ਸਾਧਨਾ ਦਾ ਇੱਕ ਭਾਵ ਆਪਦੇ ਨਾਲ ਸੰਖੇਪ ਜਿਹਾ ਜ਼ਿਕਰ ਕਰਦਿਆਂ, ਜਿਹੜਾ ਗਰਭ ਕਾਲ ਦਾ ਸਿਮਰਨ ਹੈ ਉਹਨੂੰ ਲਿਵ ਸਿਮਰਨ ਕਿਹਾ ਜਾਂਦਾ ਹੈ। ਉੱਥੇ ਭਾਸ਼ਾ ਦੀ ਲੋੜ ਨਹੀਂ ਪੈਂਦੀ,
ਉੱਥੇ ਜ਼ੁਬਾਨ ਦੇ ਹਿਲਾਉਣ ਦੀ ਨਹੀਂ ਪੈਂਦੀ, ਹਿਰਦੇ ਦੇ ਫੁਰਨੇ ਦੀ ਲੋੜ ਨਹੀਂ ਪੈਂਦੀ। ਸੁਤੇ ਸਿੱਧ ਸਿਮਰਨ ਹੋ ਰਿਹਾ। ਇੱਕ ਦਫਾ ਜ਼ਿਕਰ ਕੀਤਾ ਸੀ ਕਿ ਗਰਭ ਕਾਲ ਦਾ ਬੱਚਾ 3 ਤਰ੍ਹਾਂ ਦਾ ਸਿਮਰਨ ਕਰਦਾ ਹੈ, ਦੇਹ ਸਿਮਰਨ, ਚਿੱਤ ਸਿਮਰਨ ਅਤੇ ਅਨੁਭਵ ਸਿਮਰਨ। ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਦਾ ਭੱਟ ਸਾਹਿਬ ਜੀ ਆਖਦੇ ਧਿਆਨ ਧਰਨਾ ਉਹਨਾਂ ਦੇ ਨਾਮ ਦਾ। ਜਦੋਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਪੂਰੀ ਤਰ੍ਹਾਂ ਮਨ ਇਕਾਗਰ ਹੋ ਗਿਆ ਅਤੇ ਇਕਾਗਰ ਹੋਇਆ ਮਨ ਜਦੋਂ ਸਿਮਰਨ ਵਿੱਚ ਜੁੜ ਜਾਂਦਾ, ਇਹਨੂੰ ਲਿਵ ਆਖਦੇ ਹਨ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਨੂੰ ਇਸ ਤਰ੍ਹਾਂ ਦ੍ਰਿੜ ਕਰਕੇ ਜਪਿਆ ਹੈ, 3 ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਉਹਨਾਂ ਦੇ ਜੀਵਨ ਦੇ ਨੇੜੇ ਦੁੱਖ ਪਾਪ ਕਿਸ ਤਰ੍ਹਾਂ ਹੋ ਸਕਦੇ ਹਨ, ਕਿਵੇਂ ਉਹਨਾਂ ਨੂੰ ਦੁੱਖ ਪਾਪ ਲੱਗ ਸਕਦੇ ਹਨ? ਕਿਉਂਕਿ ਜਦੋਂ ਲਿਵ ਦੇ ਵਿੱਚ ਮਨ ਇਕਾਗਰ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਹੁਣ ਜਿਵੇਂ ਸਾਡੇ ਅੰਦਰ ਪਰਮੇਸ਼ਰ ਦੇ ਸਮੁੱਚੇ ਰੂਪ ਦਾ ਅਨੁਭਵ ਨਹੀਂ ਹੈ। ਇੱਕ ਬੰਦੇ ਦੇ ਨਾਲ ਸਾਡਾ ਅੱਤ ਦਾ ਸਨੇਹ ਹੈ, ਦੂਜੇ ਪਾਸੇ ਦੂਜੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਗਹਿਰੀ ਦੁਸ਼ਮਣੀ ਹੈ। ਇਹਦਾ ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਵਿਆਪਕ ਸਰੂਪ ਨੂੰ ਅਸੀਂ ਅਜੇ ਜਾਣਿਆ ਹੀ ਨਹੀਂ। ਉਹਦੇ ਨਾਲ ਦਾਸ ਭਾਵ ਕਰਕੇ ਜੁੜਨਾ ਤਾਂ ਅਜੇ ਬੜੀ ਦੂਰ ਦੀ ਬਾਤ ਹੈ। ਇਸ ਕਰਕੇ ਜਦੋਂ ਅਸੀਂ ਪਰਮੇਸ਼ਰ ਦੇ ਸਮੁੱਚ ਸਰੂਪ ਨੂੰ ਨਹੀਂ ਬੁੱਝਦੇ ਤਾਂ ਕਿਸੇ ਦੇ ਪ੍ਰਤੀ ਦਵੈਸ਼ ਰੱਖਣ ਕਰਕੇ ਸਾਡਾ ਪਾਪ ਬਣਦਾ ਹੈ। ਅਤੇ ਜੇ ਸਾਡੇ ਧਿਆਨ ਦੇ ਵਿੱਚ ਸਤਿਗੁਰੂ ਹੀ ਸਮਾ ਗਿਆ, ਜਿਵੇਂ ਭਾਈ ਕਨ੍ਹਈਆ ਜੀ ਦੀ ਉਦਾਹਰਨ ਦੇ ਨਾਲ ਹੀ ਇਹ ਗੱਲ ਜ਼ਿਆਦਾ ਠੀਕ ਸਮਝੀ ਜਾ ਸਕਦੀ ਹੈ ਕਿ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੱਥਾ ਟੇਕਿਆ, ਪਰ ਭਾਈ ਕਨ੍ਹਈਆ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦਾ ਸਿਮਰਨ ਕੀਤਾ ਹੈ। ਗੋ ਦਾ ਭਾਵ ਜਿਹੜਾ ਪ੍ਰਕਾਸ਼ਮਾਨ, ਅਤੇ ਬਿੰਦ ਦਾ ਭਾਵ, ਗੋ ਦਾ ਭਾਵ ਸਾਰੀ ਸ੍ਰਿਸ਼ਟੀ, ਬਿੰਦ ਦਾ ਭਾਵ ਜਿਹੜਾ ਪ੍ਰਕਾਸ਼ਮਾਨ ਹੈ। ਭਾਵ ਕਿ ਭਾਈ ਕਨ੍ਹਈਆ ਜੀ ਨੂੰ ਜਿੰਨੇ ਮਨੁੱਖ ਸਾਜੇ ਹਨ, ਉਹਨਾਂ ਨੇ ਉਹੀ ਨਾਮ ਦਾ ਧਿਆਨ ਉਹਨਾਂ ਮਨੁੱਖਾਂ ਦੇ ਵਿੱਚ ਧਰਿਆ ਅਤੇ ਉਹਨਾਂ ਨੂੰ ਗੁਰੂ ਜੋਤ ਨਜ਼ਰ ਆਈ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਜਦੋਂ ਸਤਿਗੁਰੂ ਗੁਰੂ ਰਾਮਦਾਸ ਦੇ ਸਰੂਪ ਦਾ ਨਾਮ ਦਾ ਧਿਆਨ ਧਰਾਂਗੇ, ਫਿਰ ਦੁੱਖ ਕਿੱਥੇ ਅਤੇ ਪਾਪ ਸਾਡੇ ਨਿਕਟ ਕਿਵੇਂ ਆਵੇਗਾ। ਤਰਨ ਤਾਰਨ ਖਿਨ ਮਾਤਰ ਜਾਂ ਕੋ, ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ, ਕਾਮ ਕ੍ਰੋਧ ਖੋਵੈ ਜੀਓ। ਤਾਂ ਹੁਣ ਸਤਿਗੁਰੂ ਸਾਹਿਬ ਜੀ ਦੀ ਸਿਫਤ ਕੱਥਦੇ ਹਨ ਕਿ ਸਤਿਗੁਰੂ ਸਾਹਿਬ ਜੀ ਦੀ ਜੇ ਖਿਨ ਮਾਤਰ ਵੀ ਕਿਰਪਾ ਦ੍ਰਿਸ਼ਟੀ ਕਿਸੇ ਉੱਪਰ ਹੋ ਜਾਵੇ ਤਾਂ ਆਖਦੇ ਹਨ ਕਿ ਤਾਰਨ ਤਰਨ ਕਿ ਇਸ ਸੰਸਾਰ ਸਾਗਰ ਦੇ ਵਿੱਚ ਜਿਹੜੇ ਜੀਵ ਹਨ ਉਹ ਕਾਹਦੇ ਕਰਕੇ ਡੁੱਬਦੇ ਹਨ? ਜਾਂ ਤਾਂ ਉਹਨਾਂ ਨੇ ਇਤਨੇ ਪਾਪ ਕੀਤੇ ਹਨ ਅਤੇ ਪਾਪਾਂ ਕਰਕੇ ਜੀਵਨ ਇਤਨਾ ਭਾਰਾ ਹੋ ਗਿਆ ਕਿ ਹੁਣ ਸਿਮਰਨ ਦੀ ਤਰਫ ਨਹੀਂ ਚੱਲ ਸਕਦੇ, ਧਰਮ ਦੇ ਸ਼ੁਭ ਗੁਣਾਂ ਦੀ ਕਮਾਈ ਨਹੀਂ ਕਰ ਸਕਦੇ। ਪਰ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਤਾਰਨ ਤਰਨ ਕਿਨ ਮਾਤਰ ਜਾਂ ਕੋ, ਕਿ ਗੁਰੂ ਰਾਮਦਾਸ ਸਾਹਿਬ ਜੀ ਤਾਰਨ ਤਰਨ ਹਨ, ਭਾਵ ਕਿ ਸਗਲ ਜਗਤ ਦਾ ਕਲਿਆਣ ਕਰਨ ਵਾਲੇ ਹਨ। ਅਤੇ ਖਿਨ ਮਾਤਰ ਵੀ ਕਿਸੇ ਦੇ ਉੱਪਰ ਆਪਣੀ ਦ੍ਰਿਸ਼ਟੀ ਕਰ ਦੇਣ ਤਾਂ ਉਹਦੇ ਹਿਰਦੇ ਅੰਦਰ ਸ਼ਬਦ ਰਿਦ ਵਿਚਾਰੈ, ਉਹ ਸ਼ਬਦ ਦੀ ਵਿਚਾਰ ਕਰਨ ਦੇ ਯੋਗ ਹੋ ਜਾਂਦਾ ਹੈ। ਸ਼ਬਦ ਦਾ ਪੜ੍ਹਤ ਅਨੁਭਵ ਕਰਨ ਵਾਲੇ ਬੜੇ ਹਨ, ਸ਼ਬਦ ਦਾ ਗਾਇਨ ਸ਼ਰਵਣ ਕਰਨ ਦੇ ਅਨੁਭਵ ਵਾਲੇ ਬੜੇ ਹਨ, ਪਰ ਸ਼ਬਦ ਰਿਦ ਵਿਚਾਰ ਵਾਲੇ ਬਹੁਤ ਘੱਟ ਹਨ। ਅਤੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਦ੍ਰਿਸ਼ਟੀ ਹੋ ਜਾਵੇ, ਉਹਨਾਂ ਦੇ ਹਿਰਦੇ ਅੰਦਰ ਸਤਿਗੁਰੂ ਸ਼ਬਦ ਦੀ ਵਿਚਾਰ ਪੈਦਾ ਕਰ ਦਿੰਦੇ ਹਨ। ਜਿਵੇਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹਦੇ 'ਤੇ ਦ੍ਰਿਸ਼ਟੀ ਹੋਵੇ, ਉਹਦੇ ਅੰਦਰ ਸ਼ਬਦ ਦੀ ਵਿਚਾਰ ਕਿਵੇਂ ਬਣਦੀ ਹੈ? ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਬਾਣੀ ਦਾ ਸ਼ਬਦ ਹੈ, ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਦ ਕੀਜੈ ਹਰ ਵਾਂਝਾ। ਸੈਂਕੜੇ ਦਫਾ ਅਸੀਂ ਇਹ ਮੁਖਵਾਕ ਸ਼ਬਦ ਸੁਣਿਆ ਹੋ ਸਕਦਾ, ਪਰ ਕਦੇ ਸਾਨੂੰ ਇਸ ਸ਼ਬਦ ਨੇ ਸਾਡੇ ਜੀਵਨ ਦੇ ਵਿੱਚ ਇੰਨੀ ਚਿੰਤਾ, ਇੰਨੀ ਗੰਭੀਰਤਾ ਨਹੀਂ ਪੈਦਾ ਕੀਤੀ ਕਿ ਅਸੀਂ ਜੋ ਸਤਿਗੁਰੂ ਨੇ ਆਪਣੇ ਸ਼ਬਦ ਦੇ ਵਿੱਚ ਗਿਆਨ ਦਾ ਬਰੀਕ ਆਸ਼ਾ ਨੁਕਤਾ ਪ੍ਰਗਟ ਕੀਤਾ, ਉਹਨੂੰ ਮਾਣ ਕੇ ਤੇ ਸਾਡਾ ਜੀਵਨ ਉਹਦੇ ਅਨੁਸਾਰ ਹੋ ਜਾਵੇ। ਇਸ ਕਰਕੇ ਉਹਦੀ ਗਹਿਰੀ ਵਿਚਾਰ ਤੱਕ ਪੁੱਜਣਾ ਵੀ ਸਤਿਗੁਰੂ ਸਾਹਿਬ ਜੀ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਸ਼ਬਦ ਦੀ ਵਿਚਾਰ ਹਿਰਦੇ ਅੰਦਰ ਦ੍ਰਿੜ ਹੁੰਦੀ ਹੈ। ਹੁਣ ਸ਼ਬਦ ਦੀ ਵਿਚਾਰ ਦ੍ਰਿੜ ਹੋਣ ਦਾ ਕੀ ਮਤਲਬ ਹੈ? ਆਪਦੇ ਸਨਮੁਖ ਰੱਖਦੇ ਹਾਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਸੁਣਦੇ ਹਾਂ, ਨਾ ਤਾਂ ਸਾਡੇ ਚਿੱਤ ਵਿੱਚ ਵਸਦੀ ਹੈ। ਜੇ ਚਿੱਤ ਵਿੱਚ ਵਸੀ ਹੋਵੇ ਤਾਂ ਸਾਨੂੰ ਪੂਰੀ ਦੀ ਪੂਰੀ ਯਾਦ ਰਵੇ, ਨਾ ਸਾਡੀ ਬੁੱਧੀ ਦੇ ਤਲ 'ਤੇ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ। ਜੇ ਸ਼ਬਦ ਦੀ ਸਮਝ ਆ ਜਾਵੇ, ਵਿਚਾਰ ਦ੍ਰਿੜ ਹੋ ਜਾਵੇ ਤਾਂ ਸਾਡਾ ਕਰਮ ਤਬਦੀਲ ਹੋ ਜਾਂਦਾ ਹੈ।
ਜੇ ਵਿਚਾਰ ਬੁੱਧੀ ਦੇ ਨੁਕਤੇ ਦੇ ਨਾਲ ਇੱਕ ਸੁਰ ਹੋ ਜਾਵੇ ਨਾ, ਫਿਰ ਕਰਮ ਤਬਦੀਲ ਹੋ ਜਾਂਦਾ ਹੈ। ਜੇ ਚਿੱਤ ਵਿੱਚ ਵਸੇ ਤੇ ਬੰਦਾ ਸਹਿਜ ਹੋ ਜਾਂਦਾ ਹੈ। ਜੇ ਉਹ ਮਨ ਦੇ ਤਲ 'ਤੇ ਸ਼ਬਦ ਦੀ ਵਿਚਾਰ ਇੱਕ ਸੁਰ ਹੋ ਜਾਵੇ ਤੇ ਮਨ ਦੀ ਸਾਰੀ ਭਟਕਣ ਰੁਕ ਜਾਂਦੀ ਹੈ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਸ਼ਬਦ ਦ੍ਰਿੜ ਹੋਣ ਦਾ ਮਤਲਬ ਹੈ ਕਿ ਜੋ ਸ਼ਬਦ ਦੁਆਰਾ ਗਿਆਨ ਸੁਣ ਕੇ ਗ੍ਰਹਿਣ ਕੀਤਾ ਹੈ ਉਹ ਫਿਰ ਸਾਡੇ ਕਰਮ 'ਚ ਆਪਣੇ ਆਪ ਸਫੁਰ ਹੋ ਜਾਂਦਾ। ਸਾਨੂੰ ਕੋਈ ਬਹੁਤੇ ਤਰ੍ਹਾਂ ਦਾ ਯਤਨ ਨਹੀਂ ਕਰਨਾ ਪੈਂਦਾ। ਅਤੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਸਤਿਗੁਰੂ ਜਿਨ੍ਹਾਂ ਦੇ ਉੱਪਰ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਉਹਨਾਂ ਦੇ ਹਿਰਦੇ ਅੰਦਰ ਆਪ ਜੀ ਸ਼ਬਦ ਦੀ ਵਿਚਾਰ ਪੈਦਾ ਕਰ ਦਿੰਦੇ ਹੋ। ਅਤੇ ਸ਼ਬਦ ਦੀ ਵਿਚਾਰ ਪੈਦਾ ਹੋਣ ਦੇ ਨਾਲ ਕਾਮ ਕ੍ਰੋਧ ਖੋਵੈ ਜੀਓ। ਉਹਨਾਂ ਜੀਵਾਂ ਦੇ, ਉਹਨਾਂ ਗੁਰਮੁਖਾਂ ਦੇ ਜੀਵਨ ਦੇ ਵਿੱਚੋਂ ਕਾਮ ਦੇ ਸਾਰੇ ਭਾਵ ਦੂਰ ਹੋ ਜਾਂਦੇ ਹਨ। ਕ੍ਰੋਧ ਦੀ ਸਾਰੀ ਜਿਹੜੀ ਅਗਨ ਹੈ ਉਹਨਾਂ ਅੰਦਰੋਂ ਮਿਟ ਜਾਂਦੀ ਹੈ। ਜੀਵਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ, ਅਹਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ। ਇਸ ਕਰਕੇ ਭੱਟ ਸਾਹਿਬਾਨ ਜੀ ਅੱਗੇ ਜ਼ਿਕਰ ਕਰਦੇ ਹਨ ਜੀਵਨ ਸਭਨ ਦਾਤਾ। ਅਤੇ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਹਨ। ਹੁਣ ਜੀਵਨ ਦਾਨ ਦਾ ਭਾਵ ਵੀ ਬੜਾ ਗਹਿਰਾ ਹੈ। ਅਸੀਂ ਸਾਰਿਆਂ ਨੇ ਜੀਵਨ ਪ੍ਰਾਪਤ ਕਰ ਲਿਆ ਹੈ, ਪਰ ਜੀਵਨ ਦਾਨ ਸਾਨੂੰ ਅਜੇ ਨਹੀਂ ਮਿਲਿਆ। ਜੀਵਨ ਦਾਨ ਦਾ ਭਾਵ ਇਹ ਹੈ ਕਿ ਸਾਡੇ ਜੀਵਨ ਦੀ ਕੁੱਲ ਆਜੂ ਬੰਦਗੀ ਤੋਂ ਬਿਨਾਂ ਬਤੀਤ ਹੋ ਰਹੀ ਹੈ। ਬੰਦਗੀ ਤੋਂ ਬਿਨਾਂ ਸਾਡਾ ਕਿੰਨਾ ਸਮਾਂ ਬਤੀਤ ਹੋ ਗਿਆ, ਕੋਈ ਜੀਵਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ। ਇੱਥੋਂ ਤੱਕ ਕਿ ਅਜੇ ਤੱਕ ਸਾਡਾ ਜੀਵਨ ਧਰਮ ਦੇ ਕਿਸੇ ਸ਼ੁਭ ਗੁਣ ਦਾ ਮੁਜੱਸਮ ਵੀ ਨਹੀਂ ਬਣਿਆ। ਇਹ ਵਿਚਾਰ ਕਰਨ ਯੋਗ ਹੈ। ਭੱਟ ਸਾਹਿਬਾਨਾਂ ਨੇ ਕਿਹਾ ਜੀਵਨ ਸਭਨ ਦਾਤਾ, ਕਿ ਸਤਿਗੁਰੂ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਹੋ। ਜੀਵਨ ਦਾਨ ਦਾ ਭਾਵ ਇਹ ਹੈ ਕਿ ਜਿਹੜੇ ਗੁਣਾਂ ਕਰਕੇ ਸਤਿਗੁਰੂ ਦੀ ਮੂਰਤ ਬਣਦੀ ਹੈ ਉਹੀ ਗੁਣਾਂ ਦਾ ਦਾਨ ਸਤਿਗੁਰੂ ਸਾਨੂੰ ਪ੍ਰਦਾਨ ਕਰੇ ਅਤੇ ਉਹ ਧਰਮ ਦੇ ਸ਼ੁਭ ਗੁਣਾਂ ਵਜੋਂ ਕਥਿਆ ਜਾਂਦਾ ਹੈ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ 'ਚੋਂ ਭਾਵੇਂ ਅਥਾਹ ਗੁਣ ਨੇ, ਪਰ ਇੱਕ ਗੁਣ ਦੀ ਨਿਸ਼ਾਨਦੇਹੀ ਇਤਿਹਾਸ ਨੇ ਕੀਤੀ ਹੋਈ ਹੈ, ਉਹਨਾਂ ਨੂੰ ਅਥਾਹ ਨਿਮਰਤਾ ਦੀ ਮੂਰਤ ਆਖਿਆ ਹੈ। ਅਤੇ ਜਿਹੜਾ ਗੁਰੂ ਰਾਮਦਾਸ ਜੀ ਸਰੂਪ ਦਾ ਧਿਆਨ ਧਰ ਕੇ ਪੂਰਾ ਨਮਰਤਾ ਦਾ ਮੁਜੱਸਮ ਹੋ ਜਾਵੇ, ਸਮਝ ਲਓ ਕਿ ਉਹਨੂੰ ਗੁਰੂ ਸਾਹਿਬ ਕੋਲੋਂ ਜੀਵਨ ਦਾਨ ਮਿਲ ਗਿਆ। ਅਤੇ ਭੱਟ ਸਾਹਿਬਾਨ ਜੀ ਆਖਦੇ ਜੀਵਨ ਸਭਨ ਦਾਤਾ, ਸਾਰੇ ਜੀਵਾਂ ਨੂੰ ਜੀਵਨ ਦੀ ਐਸੀ ਜਾਂਚ ਦੇਣ ਵਾਲੇ ਹਨ ਗੁਰੂ ਰਾਮਦਾਸ ਸਾਹਿਬ ਜੀ, ਜਿਹਦੇ ਨਾਲ ਜੀਵਨ ਦੇ ਵਿੱਚ ਅਥਾਹ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਗਮ ਗਿਆਨ ਵਿਖਿਆਤਾ, ਕਿ ਸਤਿਗੁਰੂ ਦੇ ਸ਼ਬਦ ਦੇ ਨਾਲ ਜਿਹੜਾ ਗਿਆਨ ਬੁੱਧੀ ਕਰਕੇ ਮਨ ਕਰਕੇ ਵੀ ਨਹੀਂ ਬੁੱਝਿਆ ਜਾਂਦਾ, ਉਸ ਗਿਆਨ ਦਾ ਵਿਖਿਆਨ ਸਤਿਗੁਰੂ ਸਾਹਿਬ ਜੀ ਆਪਣੇ ਸ਼ਬਦ ਦੁਆਰਾ ਕਰਦੇ ਹਨ। ਅਹਨਸ ਧਿਆਨ ਧਾਵੈ, ਅਤੇ ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦਾ ਮਨ ਬੁੱਧ ਚਿੱਤ ਅਤੇ ਸਾਰਾ ਕੁਝ ਕਹਿੰਦੇ ਹਰ ਵੇਲੇ ਪਰਮੇਸ਼ਰ ਦੇ ਧਿਆਨ ਨਾਲ ਜੁੜਿਆ ਰਹਿੰਦਾ। ਪਲਕ ਨਾ ਸੋਵੈ ਜੀਓ, ਅਤੇ ਇੱਕ ਖਿਣ ਵੀ ਉਹ ਪਰਮੇਸ਼ਰ ਦੀ ਯਾਦ ਵੱਲੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਮ ਧਿਆਨੀ ਸਰੂਪ ਵੱਲੋਂ ਗਾਫਲ ਨਹੀਂ ਹੁੰਦੇ ਹਨ। ਸਤਿਗੁਰ ਨਾਮ ਜਾ ਕਉ ਦੇਖਤ ਦਰਿਦਰ ਜਾਵੈ, ਨਾਮ ਸੋ ਨਿਧਾਨ ਪਾਵੈ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜੋ ਸਤਿਗੁਰੂ ਤਰਨ ਤਾਰਨ ਹੈ ਅਤੇ ਜਿਹਦੇ ਨਾਮ ਸਰੂਪ ਦਾ ਧਿਆਨ ਧਰੀਏ, ਜੇ ਕਿਤੇ ਉਹਦੇ ਮੁਬਾਰਕ ਦਰਸ਼ਨ ਪ੍ਰਾਪਤ ਹੋ ਜਾਣ ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਜਾ ਕਉ ਦੇਖਤ। ਹੁਣ ਦੇਖਤ ਦਾ ਭਾਵ ਅਬੋਧ ਦੇਖਣਾ ਨਹੀਂ ਹੈ। ਦੋ ਤਰ੍ਹਾਂ ਦਾ ਦੇਖਣਾ ਹੁੰਦਾ ਹੈ, ਇੱਕ ਹੁੰਦਾ ਬੋਧ, ਇੱਕ ਹੁੰਦਾ ਅਬੋਧ। ਜਿਵੇਂ ਅਸੀਂ ਕਈ ਦਫਾ ਸਿੱਧਾ ਦੇਖ ਰਹੇ ਹੁੰਦੇ ਹਾਂ ਪਰ ਸਾਡਾ ਕਿਸੇ ਚੀਜ਼ ਉੱਪਰ ਫੋਕਸ ਨਹੀਂ ਹੁੰਦਾ। ਚੀਜ਼ ਦੇਖਦਿਆਂ ਹੋਇਆਂ ਵੀ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਕੀ ਹੈ ਜਾਂ ਕਿਸ ਤਰ੍ਹਾਂ ਦੀ ਹੈ ਜਾਂ ਨਹੀਂ। ਇਸੇ ਤਰ੍ਹਾਂ ਉਹਨੂੰ ਕਹਿੰਦੇ ਹਨ ਅਬੋਧ। ਦੇਖ ਤਾਂ ਰਿਹਾ ਪਰ ਅਬੋਧ ਹੈ। ਇੱਕ ਦੇਖਣਾ ਹੁੰਦਾ ਹੈ ਕਿ ਜਦੋਂ ਕਿਸੇ ਚੀਜ਼ ਨੂੰ ਦੇਖਦਾ ਹੈ ਅਤੇ ਉਸ ਸਾਰੀ ਚੀਜ਼ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾ ਹੈ। ਤਾਂ ਭੱਟ ਸਾਹਿਬ ਜੀ ਆਖਦੇ ਨੇ ਜਾ ਕਉ ਦੇਖਤ ਦਰਿਦਰ ਜਾਵੇ, ਕਿ ਜਦੋਂ ਗੁਰੂ ਰਾਮਦਾਸ ਸਰੂਪ ਨੂੰ ਦੇਖਣਾ ਹੈ ਤਾਂ ਉਹਨਾਂ ਦਾ ਦੇਖਣਾ ਤੁਹਾਡੇ ਅੰਦਰ ਗਿਆਨ ਪੈਦਾ ਕਰੇ। ਅਤੇ ਗਿਆਨ ਪੈਦਾ ਤਾਂ ਹੀ ਹੋਵੇਗਾ ਜੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਨੂੰ ਬੜਾ ਗਹਿਰਾ ਤੱਕਾਂਗੇ। ਗਹਿਰਾ ਤੱਕਣ ਦਾ ਮਤਲਬ ਹੈ, ਗਹਿਰਾ ਤੱਕਣਾ ਕਿਵੇਂ? ਹੁਣ ਸਾਡੇ ਕੋਲ ਨੇਤਰ ਹਨ ਨਹੀਂ, ਕਿਵੇਂ ਗਹਿਰਾ ਤੱਕ ਲਈਏ?
ਤਾਂ ਫਿਰ ਸਾਨੂੰ ਭਾਈ ਸੱਤਾ ਬਲਵੰਡਾ ਜੀ ਦੀ ਦ੍ਰਿਸ਼ਟੀ ਧਿਆਨ 'ਚ ਰੱਖਣੀ ਪਏਗੀ। ਜਿਵੇਂ ਮਨੁੱਖ ਦੀ ਨਜ਼ਰ ਘੱਟ ਜਾਵੇ ਤੇ ਐਨਕ ਮਦਦ ਕਰਦੀ ਹੈ ਵੱਧ ਦੇਖਣ 'ਚ, ਇਵੇਂ ਜੋ ਗੁਰਬਾਣੀ ਦੇ ਵਿੱਚ ਅਨੁਭਵ ਹਨ ਉਹ ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਨੂੰ ਗਹਿਰਾ ਦੇਖਣ 'ਚ ਮਦਦ ਕਰਦੇ ਹਨ। ਆਖਦੇ ਹਨ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਕਿ ਸ੍ਰਿਸ਼ਟੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਪਰਮੇਸ਼ਰ ਦੀ ਕਰਾਮਾਤ ਬਾਰੇ ਜ਼ਿਕਰ ਲੱਭਦੇ ਹੋ ਨਾ, ਕਿ ਉਹ ਰੰਕਾਂ ਨੂੰ ਰਾਜੇ ਬਣਾ ਦਿੰਦਾ ਹੈ, ਜਿਹੜੇ ਦੀਨ ਹੁੰਦੇ ਹਨ ਉਹਨਾਂ ਨੂੰ ਪਾਤਸ਼ਾਹ ਬਣਾ ਦਿੰਦਾ। ਇਸ ਤਰ੍ਹਾਂ ਦਾ ਜ਼ਿਕਰ ਸੁਣਦੇ ਹੋ ਨਾ, ਭੱਟ ਭਾਈ ਸੱਤਾ ਬਲਵੰਡ ਜੀ ਕਹਿੰਦੇ ਸੁਣਦੇ ਹਨ ਅਸੀਂ ਸਾਰੇ। ਅਤੇ ਇਹ ਜਿਹੜੀ ਕਰਾਮਾਤ ਦਾ ਅਥਾਹ ਪ੍ਰਕਾਸ਼ ਹੈ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦੇ ਵਿੱਚ ਹੋਇਆ ਹੈ। ਇਸ ਕਰਕੇ ਆਖਦੇ ਹਨ ਇੰਝ ਗੁਰੂ ਨੂੰ ਗਹਿਰੀ ਦ੍ਰਿਸ਼ਟੀ ਦੇ ਨਾਲ ਤੱਕੀਦਾ ਹੈ, ਕਿ ਭਾਵ ਕਿ ਸਾਨੂੰ ਕਿਤੇ ਇੱਕ ਪੰਕਤੀ ਸੁਣਨ ਨੂੰ ਮਿਲ ਜੇ ਨਾ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਅਤੇ ਇਸ ਪੰਕਤੀ ਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇਖਣਾ ਕਿ ਜਿਨ੍ਹਾਂ ਦੇ ਜੀਵਨ ਦੀ 7 ਸਾਲ ਦੀ ਉਮਰ ਦੇ ਵਿੱਚ ਇਹ ਦੁਨੀਆ ਵਿਚਾਰ ਬਣਾ ਰਹੀ ਸੀ ਜਾਂ ਖਿਆਲ ਬਣਾ ਰਹੀ ਸੀ ਕਿ ਇਸ ਬਾਲਕ ਦਾ ਅਗਲਾ ਜੀਵਨ ਕਿਵੇਂ ਦਾ ਹੋਏਗਾ, ਪਰ ਪਰਮੇਸ਼ਰ ਦੀ ਕਰਮਾਤ ਕਿਰਪਾ ਦਾ ਅਥਾਹ ਪ੍ਰਕਾਸ਼ ਇਵੇਂ ਹੋਇਆ ਕਿ ਉਹ ਜਿਹਨੂੰ ਕੱਲ੍ਹ ਤੱਕ ਅਨਾਥ ਦੀ ਸੰਗਿਆ ਦੇ ਨਾਲ ਜਗਤ ਸੰਬੋਧਨ ਕਰਨ ਲੱਗ ਪਿਆ ਸੀ, ਅੱਜ ਉਹ ਹਜ਼ਾਰਾਂ ਅਨਾਥਾਂ ਦਾ, ਲੱਖਾਂ ਅਨਾਥਾਂ ਦਾ ਨਾਥ ਬਣਿਆ ਹੋਇਆ ਹੈ। ਕਿਤੇ ਗਿਆਨ ਕਰਕੇ, ਕਿਤੇ ਕਿਰਪਾ ਕਰਕੇ, ਕਿਤੇ ਗੁਰੂ ਕਰਕੇ, ਕਿਤੇ ਦਇਆ ਕਰਕੇ। ਇਸ ਕਰਕੇ ਭੱਟ ਸਾਹਿਬ ਜੀ ਆਖਦੇ ਨੇ, ਜਾਂ ਕੋ ਦੇਖਤ ਦਰਿਦਰ ਜਾਵੈ, ਕਿ ਜਿਹੜੇ ਇਸ ਢੰਗ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਦੇਖਦੇ ਹਨ, ਦਰਿਦਰ ਜਾਵੇ, ਉਹਨਾਂ ਸਾਰਿਆਂ ਦੇ ਜੀਵਨ ਦਾ ਦਲਿੱਦਰ, ਦਲਿੱਦਰ ਦਾ ਭਾਵ ਹੁੰਦਾ ਗਰੀਬੀ, ਦਲਿੱਦਰ ਦਾ ਭਾਵ ਹੁੰਦਾ ਤ੍ਰਿਸ਼ਨਾ। ਕਹਿੰਦੇ ਸਾਰਾ ਚਲਿਆ ਜਾਂਦਾ, ਨਾਮ ਸੋ ਨਿਧਾਨ ਪਾਵੈ, ਅਤੇ ਐਸਾ ਨਾਮ ਦਾ ਨਿਧਾਨ ਜਿਹੜਾ ਹੈ ਪ੍ਰਾਪਤ ਕਰਦੇ ਹਨ। ਗੁਰਮੁਖ ਗਿਆਨ, ਅਤੇ ਗੁਰਮੁਖਾਂ ਨੂੰ ਐਸਾ ਗਿਆਨ ਹੋ ਜਾਂਦਾ, ਦੁਰਮਤ ਮੈਲ ਧੋਵੈ ਜੀਓ, ਅਤੇ ਉਹ ਆਪਣੇ ਜੀਵਨ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਰ ਕੇ ਸਾਰੀ ਮੈਲ ਧੋ ਦਿੰਦੇ ਹਨ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਇਸ ਕਰਕੇ ਭੱਟ ਸਾਹਿਬ ਜੀ ਫਿਰ ਸਿਫਤ ਕਰਦਿਆਂ ਦੁਹਰਾਉਂਦੇ ਹਨ ਕਿ ਜਿਨ੍ਹਾਂ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਨ ਦੇ ਤਲ 'ਤੇ ਪੂਰੀ ਤਰ੍ਹਾਂ ਇਕਾਗਰ ਹੋ ਕੇ ਧਿਆਇਆ ਹੈ, ਜਿਨ੍ਹਾਂ ਦੀ ਲਿਵ ਪੂਰੀ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਵਿੱਚ ਇਕਾਗਰ ਹੋ ਗਈ ਹੈ। ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਤਿੰਨ ਜਨ ਦੁੱਖ ਪਾਪ, ਉਹਨਾਂ ਮਨੁੱਖਾਂ ਨੂੰ ਦੁੱਖ ਪਾਪ ਕਿਵੇਂ ਹੋ ਸਕਦੇ ਹਨ, ਕਿਵੇਂ ਹੋ ਸਕਦਾ ਭਾਵ ਕਿ ਨਹੀਂ ਹੋ ਸਕਦੇ ਹਨ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹੁਣ ਜਦੋਂ ਪਿਛਲੇ ਸਵਈਏ ਦੀ ਵਿਚਾਰ ਕੀਤੀ ਹੈ ਅਤੇ ਉਹਦੇ ਵਿੱਚ 3 ਨੁਕਤੇ ਐਸੇ ਆਏ ਹਨ ਕਿ ਸਤਿਗੁਰੂ ਦ੍ਰਿਸ਼ਟੀ ਕਰੇ ਤਾਂ ਸ਼ਬਦ ਦੀ ਵਿਚਾਰ ਆਪਣੇ ਮਨੁੱਖ ਦੇ ਹਿਰਦੇ ਅੰਦਰ ਚੱਲਦੀ ਹੈ, ਸਤਿਗੁਰੂ ਕਿਰਪਾ ਕਰੇ ਤਾਂ ਦੁਰਮਤ ਮੈਲ ਧੁੱਪਦੀ ਹੈ, ਸਤਿਗੁਰੂ ਕਿਰਪਾ ਕਰੇ ਅਤੇ ਨਾ ਤਾਂ ਜਾ ਕੇ ਸਾਡਾ ਮਨ ਸਤਿਗੁਰੂ ਦੇ ਵਿੱਚ ਇਕਾਗਰ ਹੁੰਦਾ। ਹੁਣ ਬੰਦਾ ਕਹੇਗਾ ਇਹ ਤਾਂ ਸਾਰਾ ਕੁਝ ਸਤਿਗੁਰੂ ਦੀ ਕਿਰਪਾ 'ਤੇ ਹੈ, ਹੁਣ ਕਿਰਪਾ ਦਾ ਧੱਕੇ ਨਾਲ ਕਰਵਾ ਨਹੀਂ ਸਕਦੇ ਕਿ ਗੁਰੂ ਸਾਹਿਬ ਜੀ ਸਾਡੇ 'ਤੇ ਦ੍ਰਿਸ਼ਟੀ ਕਰੋ ਅਤੇ ਸਾਡੇ ਉੱਪਰ ਜਿਹੜੀ ਹੈ ਸਾਡੇ ਹਿਰਦੇ 'ਚ ਸ਼ਬਦ ਦੀ ਵਿਚਾਰ ਚੱਲਣ ਲੱਗ ਪਵੇ, ਇਹ ਸਾਡੇ ਵੱਸ ਤਾਂ ਹੈ ਨਹੀਂ। ਫਿਰ ਇਸ ਸਾਰੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨ ਦੇ ਲਈ ਕੁਝ ਨਾ ਕੁਝ ਤਾਂ ਸਾਨੂੰ ਗੁਰੂ ਸਾਹਿਬ ਜੀ ਦਾ ਮਾਰਗ ਦੱਸਣਾ ਪਵੇਗਾ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਧਰਮ ਕਰਮ ਪੂਰੈ ਸਤਿਗੁਰ ਪਾਈ ਹੈ। ਧਰਮ ਦਾ ਅਰਥ ਹੁੰਦਾ ਹੈ ਧਾਰਨ ਯੋਗ, ਕਰਮ ਦਾ ਅਰਥ ਹੈ ਕੀਤੇ ਜਾਣ ਵਾਲੇ ਕਰਮ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਧਰਮ ਕਰਮ ਦੀ ਸਾਰੀ ਸੋਝੀ ਇਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕੋਲੋਂ ਮਿਲਦੀ ਹੈ। ਹੁਣ ਜ਼ਿਕਰ ਕਰਦੇ ਹਾਂ ਕਿ ਧਰਮ ਅਤੇ ਕਰਮ ਦਾ ਮਤਲਬ ਕੀ ਹੁੰਦਾ। ਧਰਮ ਦਾ ਅਰਥ ਹੁੰਦਾ ਧਾਰਨ ਯੋਗ, ਕਿ ਜੇ ਸਤਿਗੁਰੂ ਦੇ ਨਾਲ ਜੁੜ ਕੇ ਰਹਿਣਾ ਹੈ ਤੇ ਇਹੋ ਜਿਹਾ ਜੀਵਨ ਧਾਰਨ ਕਰਨਾ ਪਵੇਗਾ। ਉਹ ਜੀਵਨ ਕੀ ਹੈ ਕਿ ਧਰਮ ਦੇ ਸਾਰੇ ਸ਼ੁਭ ਗੁਣ ਆਪਣੇ ਅੰਦਰ ਧਾਰਨ ਕਰਨੇ ਪੈਣਗੇ। ਦਇਆ, ਖਿਮਾ, ਸਹਿਣਸ਼ੀਲਤਾ, ਤਪ, ਵੈਰਾਗ, ਸੰਜਮ, ਪਰਉਪਕਾਰ, ਸਿਮਰਨ, ਇਹ ਸਾਰੇ ਗੁਣ ਧਾਰਨ ਯੋਗ ਹਨ ਜੇ ਸਤਿਗੁਰੂ ਦੇ ਨਾਲ ਜੁੜਨਾ ਹੈ। ਪਰ ਇਹਨਾਂ ਨੂੰ ਧਾਰਨ ਕਰਨ ਦੇ ਲਈ ਕੁਝ ਕਰਮ ਐਸੇ ਕਰਨੇ ਪੈਣਗੇ ਤਾਂ ਕਿ ਇਹ ਧਾਰਨ ਹੋ ਜਾਣ। ਅਤੇ ਉਹ ਧਾਰਨ ਯੋਗ ਜਿਹੜੇ ਗੁਣ ਹਨ ਉਹਨਾਂ ਨੂੰ ਦ੍ਰਿੜ ਕਰਨ ਦੇ ਲਈ ਸਤਿਗੁਰੂ ਸਾਹਿਬ ਜੀ ਕਰਮ ਦੀ ਸੋਝੀ ਦਿੰਦੇ ਹਨ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਬਾਉਲੀ ਸਾਹਿਬ ਦੀ ਪਵਿੱਤਰ ਸੇਵਾ ਕਰ ਰਹੇ ਸਨ
ਤਾਂ ਉਹਨਾਂ ਦੇ ਸੰਬੰਧੀਆਂ ਨੇ ਆ ਕੇ ਥੋੜ੍ਹਾ ਇਤਰਾਜ਼ ਕੀਤਾ, ਆਪਣਾ ਰੋਸ ਪ੍ਰਗਟ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ। ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਲਵਾ ਲੈਂਦੇ ਹਾਂ, ਉਹਨਾਂ ਦਾ ਵਿਚਾਰ ਜਾਣ ਲੈਂਦੇ ਹਾਂ, ਉਹਨਾਂ ਦਾ ਅਨੁਭਵ ਪੁੱਛ ਲੈਂਦੇ ਹਾਂ ਕਿ ਉਹ ਇਹਦੇ ਬਾਰੇ ਕੀ ਖਿਆਲ ਰੱਖਦੇ ਹਨ। ਹੁਣ ਜ਼ਿਕਰ ਕਰ ਰਿਹਾ ਮੈਂ ਆਪ ਜੀ ਦੇ ਸਨਮੁਖ ਇਹ ਜ਼ਿਕਰ ਰੱਖ ਰਿਹਾ ਹਾਂ ਕਿ ਭੱਟ ਸਾਹਿਬਾਨਾਂ ਨੇ ਕਿਹਾ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹੁਣ ਧਰਮ ਦਾ ਸ਼ੁਭ ਗੁਣ ਹੈ ਨਿਮਰਤਾ, ਅਤੇ ਧਰਮ ਦਾ ਸ਼ੁਭ ਗੁਣ ਹੈ ਦੂਜੇ ਦਾ ਭਲਾ ਚਿਤਵਣਾ। ਇਹ ਸ਼ੁਭ ਗੁਣ ਧਾਰਨਯੋਗ ਹਨ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੱਦਿਆ ਗਿਆ, ਕਹਿਣ ਲੱਗੇ ਜੀ ਤੁਹਾਡੇ ਸੰਬੰਧੀ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਹਨ, ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਉੱਥੇ ਕੁਝ ਸ਼ਬਦ ਕਹੇ ਕਿ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਤੁਸੀਂ ਆਪਣੇ ਸ਼ਬਦ ਦੀ ਸਾਧਨਾ ਵਿੱਚ ਨਹੀਂ ਪਾਇਆ ਹੋਇਆ, ਅਤੇ ਨਾ ਹੀ ਇਹਨਾਂ ਨੇ ਸ਼ੁਭ ਜੀਵਨ ਦੀ ਕਮਾਈ ਕਰਨੀ ਹੈ, ਭਾਵ ਕਿ ਰੋਮ ਰੋਮ ਦੇ ਵਿੱਚ ਨਿਮਰਤਾ ਢਲ ਜਾਵੇ, ਇਹਨਾਂ ਨੇ ਇਸ ਗੁਣ ਦੀ ਕਮਾਈ ਨਹੀਂ ਕਰਨੀ। ਮੇਰੇ ਰੋਮ ਰੋਮ ਦੇ ਵਿੱਚ ਤੁਸੀਂ ਨਿਮਰਤਾ ਦਾ ਵਾਸ ਕਰਨਾ ਹੈ, ਅਤੇ ਉਹਦੇ ਲਈ ਤੁਸੀਂ ਮੈਨੂੰ ਸੇਵਾ ਦਾ ਕਰਮ ਦਿੱਤਾ ਹੋਇਆ ਹੈ, ਅਤੇ ਸੇਵਾ ਦੇ ਅਥਾਹ ਕਰਮ ਦੇ ਨਾਲ ਹੀ ਮੇਰੇ ਜੀਵਨ 'ਚ ਠੀਕ ਢੰਗ ਨਾਲ ਨਿਮਰਤਾ ਬਣਨੀ ਹੈ। ਇਸ ਕਰਕੇ ਆਪ ਜੀ ਨੇ ਪਹਿਲਾਂ ਮੈਨੂੰ ਧਰਮ ਦ੍ਰਿੜ ਕਰਵਾਇਆ, ਬਾਅਦ 'ਚ ਧਰਮ ਦੀ ਪ੍ਰਾਪਤੀ ਲਈ ਕਰਮ ਦ੍ਰਿੜ ਕਰਾਇਆ। ਜਦੋਂ ਮੈਨੂੰ ਧਰਮ ਵੀ ਦੱਸ ਦਿੱਤਾ ਅਤੇ ਧਰਮ ਦੀ ਪ੍ਰਾਪਤੀ ਲਈ ਕਰਮ ਵੀ ਦੱਸ ਦਿੱਤਾ, ਫਿਰ ਇਹ ਜਿੰਨੀਆਂ ਮਰਜ਼ੀ ਬਾਤਾਂ ਕਰਨ ਮੇਰੇ ਲਈ ਅਰਥ ਕੀ ਹਨ। ਇਸ ਕਰਕੇ ਗੁਰੂ ਸਾਹਿਬ ਜੀ ਭੱਟ ਸਾਹਿਬ ਜੀ ਆਖਦੇ ਹਨ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ, ਕਿ ਜੀਵਨ ਦੇ ਵਿੱਚ ਕੀ ਧਾਰਨ ਕਰਨਾ ਹੈ ਇਹ ਵੀ ਸੋਝੀ ਗੁਰੂ ਰਾਮਦਾਸ ਸਾਹਿਬ ਜੀ ਕੋਲੋਂ। ਉਸ ਚੀਜ਼ ਨੂੰ ਧਾਰਨ ਕਰਨ ਦੇ ਲਈ ਕਿਹੜੇ ਕਰਮਾਂ ਦਾ ਸਹਾਰਾ ਲੈਣਾ ਹੈ, ਇਹ ਵੀ ਕਰਮ ਦੀ ਸੋਝੀ ਕਹਿੰਦੇ ਗੁਰੂ ਸਾਹਿਬ ਜੀ ਕੋਲੋਂ ਹੀ ਮਿਲਦੀ ਹੈ। ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚਹਿ, ਸ਼ਬਦ ਸਾਰ ਏਕ ਲਿਵ ਲਾਈ ਹੈ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਇਕੱਲੇ ਮਨੁੱਖ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਸੇਵਾ ਨੂੰ ਸਿੱਧ ਭਾਵ ਕਿ ਯੋਗ ਮਤ ਦੇ ਵਿੱਚ ਜਿਹੜੇ ਸਿਖਰਲੀ ਅਵਸਥਾ 'ਤੇ ਪੁੱਜੇ ਹੁੰਦੇ ਲੋਕ ਹਨ, ਕਹਿੰਦੇ ਉਹ ਵੀ ਲੋਚਦੇ ਹਨ। ਸਾਧ ਭਾਵ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗਿਆਨ ਦੀ ਸ਼ੁਭ ਕਰਮਾਂ ਦੀ ਬੜੀ ਸਾਧਨਾ ਕੀਤੀ ਹੈ, ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਨੂੰ ਲੋਚਦੇ ਹਨ। ਮੁਨੀ ਜਨ ਜਿਹੜੇ ਮੌਨ ਦੇ ਵਿੱਚ ਪਰਮੇਸ਼ਰ ਦੇ ਧਿਆਨ ਦੇ ਨਾਲ ਹਰ ਵਕਤ ਜੁੜੇ ਰਹਿੰਦੇ ਹਨ, ਅਤੇ ਜਿਨ੍ਹਾਂ ਦੇ ਜੀਵਨ 'ਚ ਬੜਾ ਸਹਿਜ ਹੈ, ਉਹ ਵੀ ਸਾਰੇ ਸੁਰ ਦਾ ਭਾਵ ਦੇਵ ਅਤੇ ਨਰ ਦਾ ਭਾਵ ਮਨੁੱਖ ਜਾਚਹਿ ਦਾ ਭਾਵ ਮੰਗਦੇ ਹਨ। ਭੱਟ ਸਾਹਿਬਾਨ ਜੀ ਆਖਦੇ ਨੇ ਹੇ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੀ ਸੇਵਾ ਨੂੰ ਸਿੱਧ ਸਾਧ ਮੁਨ ਜਨ ਸੁਰ ਨਰ ਜਾਚਦੇ ਹਨ, ਅਤੇ ਜੇ ਆਪ ਜੀ ਦੀ ਕਿਰਪਾ ਹੋ ਜਾਵੇ ਸ਼ਬਦ ਸਾਰ ਏਕ ਲਿਵ ਲਾਈ ਹੈ, ਅਤੇ ਆਪ ਜੀ ਸ਼ਬਦ ਦਾ ਸਾਰ ਤੱਤ ਬੁਝਾ ਦਿੰਦੇ ਹੋ, ਅਤੇ ਏਕ ਲਿਵ ਜਿਹੜੀ ਹੈ ਤਾਂ ਆਪ ਜੀ ਦੇ ਮੁਬਾਰਕ ਚਰਨਾਂ ਨਾਲ ਜੁੜ ਜਾਂਦੀ ਹੈ। ਹੁਣ ਸ਼ਬਦ ਸਾਰ ਦਾ ਭਾਵ ਕੀ ਹੁੰਦਾ ਹੈ? ਜਿਵੇਂ ਕਿਸੇ ਬੰਦੇ ਨੂੰ ਦੁੱਧ ਪਕੜਾ ਦਈਏ ਅਤੇ ਉਹਨੂੰ ਕਹੀਏ ਕਿ ਇਹਦੇ ਵਿੱਚੋਂ ਜਿਹੜਾ ਹੈ ਇਹਦਾ ਸਿਖਰਲਾ ਤੱਤ ਹੈ ਦੇਸੀ ਘਿਓ, ਉਹ ਪ੍ਰਗਟ ਕਰਨਾ ਹੈ, ਤਾਂ ਫਿਰ ਉਸ ਮਨੁੱਖ ਨੂੰ ਕਈ ਤਰ੍ਹਾਂ ਦੀ ਸਾਧਨਾ ਕਰਕੇ ਉਸ ਅੰਜਾਮ ਤੱਕ ਪੁੱਜਣਾ ਪਏਗਾ। ਭੱਟ ਸਾਹਿਬ ਜੀ ਆਖਦੇ ਨੇ ਗੁਰੂ ਰਾਮਦਾਸ ਸਾਹਿਬ ਜੀ, ਜੋ ਆਪ ਜੀ ਦੀ ਸ਼ਬਦ ਸਰਣ ਆ ਜਾਂਦਾ ਹੈ, ਭਾਵੇਂ ਉਹ ਅਚੇਤ ਹੋ ਕੇ ਆਵੇ ਭਾਵੇਂ ਜਗਿਆਸੂ ਹੋ ਕੇ ਆਵੇ, ਪਹਿਲਾਂ ਆਪ ਜੀ ਉਹਨੂੰ ਆਪਣਾ ਸ਼ਬਦ ਸੁਣਾਉਂਦੇ ਹੋ ਭਾਵ ਕਿ ਕੀਰਤਨ ਦੁਆਰਾ, ਫਿਰ ਵਿਚਾਰ ਦੁਆਰਾ ਉਹਦਾ ਗਿਆਨ ਪੈਦਾ ਕਰਦੇ ਹੋ। ਫਿਰ ਜਦੋਂ ਉਹਦੇ ਹਿਰਦੇ ਅੰਦਰ ਵਿਚਾਰ ਥੋੜ੍ਹੀ ਗਹਿਰੀ ਉਤਰ ਜਾਂਦੀ, ਉਹਨੂੰ ਐਸਾ ਬਲ ਦਿੰਦੇ ਹੋ ਕਿ ਉਹ ਵਿਚਾਰ ਕਮਾ ਕੇ ਬਿਲਕੁਲ ਗੁਰਮੁਖ ਹੋ ਜਾਂਦਾ ਹੈ। ਇਸ ਕਰਕੇ ਸ਼ਬਦ ਸਾਰ ਏਕ ਲਿਵ ਲਾਈ ਹੈ, ਕਿ ਫਿਰ ਸ਼ਬਦ ਦਾ ਸਿਖਰਲਾ ਉਹਨੂੰ ਅਨੁਭਵ ਪ੍ਰਾਪਤ ਕਰਾ ਦਿੰਦੇ ਹੋ, ਅਤੇ ਉਸ ਸਿਖਰ ਨੂੰ ਪਾ ਕੇ ਫਿਰ ਉਹਦਾ ਜੀਵਨ ਧਨ ਹੋ ਜਾਂਦਾ ਹੈ। ਫੁਨ ਜਾਣੈ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੇ ਬੁਝਾਈ ਹੈ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ, ਕੌਣ ਤੁਹਾਡਾ ਪਾਰ ਜਾਣ ਸਕਦਾ ਹੈ? ਕਿਸੇ ਵੀ ਰੂਪ ਦੇ ਨਾਲ ਤੁਹਾਡਾ ਪਾਰ ਨਹੀਂ ਪਾਇਆ ਜਾ ਸਕਦਾ। ਨਿਰਭਉ ਨਿਰੰਕਾਰ, ਜਿਸ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਨਿਰਭਉ ਅਤੇ ਨਿਰੰਕਾਰ ਕਹੇ ਜਾਂਦੇ ਹਨ, ਜਿਹੜਾ ਅਕਥ ਹੈ ਉਸ ਅਕਥ ਕਥਨਹਾਰ ਪਰਮੇਸ਼ਰ ਦਾ ਸਾਰਾ ਅਨੁਭਵ, ਉਹਦੀ ਪ੍ਰਾਪਤੀ ਪਰਮੇਸ਼ਰ ਨੇ ਆਪ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਕਰਵਾਈ ਹੈ। ਭਾਵ ਕਿ ਜਿਸ ਅਕਾਲ ਪੁਰਖ ਸਰੂਪ ਦੀ ਤਲਾਸ਼ ਸਾਰਾ ਜਗਤ ਕਰਦਾ ਹੈ, ਉਸ ਨਿੱਜ ਸਰੂਪ ਦਾ, ਆਪਣੇ ਨਿੱਜ ਸਰੂਪ ਦਾ ਅਨੁਭਵ
ਅਕਾਲ ਪੁਰਖ ਨੇ ਆਪ ਜੀ ਨੂੰ ਆਪਣੇ ਹਿਰਦੇ ਅੰਦਰ ਅੰਦਰ ਕਰਵਾਇਆ ਹੈ। ਭਰਮ ਭੂਲੇ ਸੰਸਾਰ, ਛੁੱਟ ਹੋ ਜੂਨੀ ਸੰਘਾਰ, ਜਮ ਕੋ ਨਾ ਡੰਡ ਕਾਲ, ਗੁਰਮਤਿ ਧਿਆਈ ਹੈ। ਇਸ ਕਰਕੇ ਭੱਟ ਸਾਹਿਬ ਜੀ ਹੁਣ ਸੁਚੇਤ ਕਰਦੇ ਹਨ ਕਿ ਜੇ ਗੁਰੂ ਰਾਮਦਾਸ ਸਾਹਿਬ ਜੀ ਦੇ ਉਪਰੋਕਤ ਗੁਣਾਂ ਦਾ, ਉਹਨਾਂ ਦੀ ਮਹਿਮਾ ਦਾ ਪਤਾ ਲੱਗ ਗਿਆ ਹੈ, ਐਵੇਂ ਭਰਮ ਦੇ ਵਿੱਚ, ਸੰਸਾਰ ਦੇ ਵਿੱਚ ਨਾ ਭੁੱਲੇ ਫਿਰੋ, ਕਿਉਂਕਿ ਸੰਸਾਰ ਦਾ ਮਤਲਬ ਹੀ ਹੈ ਜਿਹੜਾ ਸਾਨੂੰ ਸੰਸ਼ੇ ਵਿੱਚ ਰੱਖਦਾ ਹੈ। ਸੰਸਾਰ ਇੱਕ ਤਰਫ ਥੋੜ੍ਹਾ ਲੱਗਣ ਦਿੰਦਾ ਕਦੇ ਬੰਦੇ ਨੂੰ, ਸਾਰੀ ਜ਼ਿੰਦਗੀ ਦੋ ਪਰਤਾਂ ਦੇ ਖਿਆਲ ਦਿੰਦਾ ਰਹੇਗਾ। ਇਸ ਕਰਕੇ ਭੱਟ ਸਾਹਿਬ ਜੀ ਆਖਦੇ ਭਰਮ ਭੂਲੇ ਸੰਗਾਰ, ਸੰਸਾਰ ਦੀ ਵਾਸਨਾ ਅਗਿਆਨ ਦੇ ਵਿੱਚ ਭੁੱਲੇ ਹੋਏ ਪ੍ਰਾਣੀਓ, ਛੁੱਟ ਹੋ ਜੂਨੀ ਸੰਘਾਰ, ਤੁਸੀਂ ਕਿੰਨੀਆਂ ਜੂਨਾਂ ਦੇ ਵਿੱਚ ਭਰਮ ਕੇ ਭਟਕ ਕੇ ਖੁਆਰ ਹੋ ਰਹੇ ਹੋ। ਇਸ ਸਾਰੇ ਦਾ ਜਿਹੜਾ ਗਿਆਨ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਕੋਲ ਹੈ। ਇਸ ਕਰਕੇ ਜੂਨੀਆਂ ਦੇ ਭਿਆਨਕ ਚੱਕਰ ਦੇ ਵਿੱਚੋਂ ਛੁੱਟ ਜਾਵੋ। ਜਮ ਕੋ ਨਾ ਡੰਡ ਕਾਲ, ਫਿਰ ਸ਼ਬਦ ਦੀ ਐਸੀ ਕਮਾਈ ਕਰੋ ਕਿ ਵਕਾਰਾਂ ਦੀ ਕੋਈ ਮਾਰ ਤੁਹਾਨੂੰ ਫੁਰਨੇ ਮਾਤਰ ਵੀ ਨਾ ਪਵੇ। ਪਰ ਹੋਏਗਾ ਕਿਵੇਂ? ਗੁਰਮਤਿ ਧਿਆਈ ਹੈ। ਜਿਸ ਤਰ੍ਹਾਂ ਦੇ ਉੱਤਮ ਮਤ ਨੂੰ ਗ੍ਰਹਿਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਸਿਮਰਿਆ ਸੀ, ਕਹਿੰਦੇ ਉਸੇ ਤਰ੍ਹਾਂ ਦੀ ਗੁਰਮਤਿ ਦਾ ਧਿਆਨ ਧਰੋ। ਮਨ ਪ੍ਰਾਣੀ ਮੁਗਧ ਵਿਚਾਰ, ਅਹਨਿਸ ਜਪ ਧਰਮ ਕਰਮ, ਪੂਰੈ ਸਤਿਗੁਰ ਪਾਈ ਹੈ। ਇਸ ਕਰਕੇ ਭੱਟ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹਨ, ਹੇ ਮੇਰੇ ਮਨ, ਮੁਗਧ ਦਾ ਭਾਵ ਹੁੰਦਾ ਮੂਰਖ, ਹੇ ਮੇਰੇ ਮੂਰਖ ਮਨ, ਇਸ ਗੱਲ ਦੀ ਵਿਚਾਰ ਕਰ ਕਿ ਤੇਰੇ ਮਨ ਅੰਦਰ ਸ਼ੰਕੇ ਪੈਦਾ ਹੁੰਦੇ ਹਨ ਕਿ ਮੈਂ ਕਿਹੜਾ ਗੁਣ ਧਾਰਨ ਕਰਾਂ, ਉਸ ਗੁਣ ਦੇ ਲਈ ਕਿਹੜੇ ਕਰਮ ਕਰਨੇ ਪੈਣੇ ਹਨ। ਕਹਿੰਦੇ ਇਸ ਮਨ ਦੀ ਤੇਰੇ ਅੰਦਰ ਵਿਚਾਰ ਪੈਦਾ ਹੋ ਰਹੀ ਹੈ ਤਾਂ ਇਹਦਾ ਇੱਕੋ ਹੀ ਹੱਲ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਜਾ ਕੇ ਪੈ ਜਾ। ਉਹਨਾਂ ਦੀ ਸ਼ਰਨ ਜਾਣ ਦੇ ਨਾਲ ਹੀ ਤੇਰੇ 'ਤੇ ਕਿਰਪਾ ਦ੍ਰਿਸ਼ਟੀ ਹੋ ਜਾਏਗੀ। ਉਹ ਤੈਨੂੰ ਆਪੇ ਹੀ ਇਹੋ ਜਿਹਾ ਜੀਵਨ ਦ੍ਰਿੜ ਕਰਵਾ ਦੇਣਗੇ ਕਿ ਜਿਸ ਜੀਵਨ ਦੇ ਵਿੱਚ ਪੂਰੇ ਆਨੰਦ ਦਾ, ਪੂਰੇ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ। ਹਉ ਬਲ ਬਲ ਜਾਓ, ਸਤਿਗੁਰ ਸਾਚੇ ਨਾਮ ਪਰ। ਹੁਣ ਇਹਦੇ ਵਿੱਚ ਦੋ ਨੁਕਤੇ ਹਨ। ਜਦ ਮੈਂ ਕੁਦਰਤੀ ਕੱਲ੍ਹ ਇਸ ਦੀ ਵਿਚਾਰ ਪੜ੍ਹ ਰਿਹਾ ਸੀ ਤਾਂ ਇਹਦਾ ਅਨੁਭਵ ਬਣਾਉਣਾ ਬੜਾ ਔਖਾ ਹੁੰਦਾ ਕਈ ਚੀਜ਼ਾਂ ਦਾ। ਹੁਣ ਜਿਹੜੀ ਸਿਫਤ ਹੈ ਉਹ ਆਪਣੇ ਆਪ ਦੇ ਵਿੱਚ ਹੀ ਸੰਪੂਰਨ ਹੁੰਦੀ ਹੈ। ਜਿਵੇਂ ਭੱਟ ਸਾਹਿਬਾਨਾਂ ਨੇ ਆ ਜਿਤਨੀ ਬਾਣੀ ਗੁਰੂ ਸਾਹਿਬ ਜੀ ਦੀ ਕਹੀ ਹੈ ਨਾ, ਉਚਾਰੀ ਹੈ, ਇਹ ਆਪਣੇ ਆਪ 'ਚ ਸੰਪੂਰਨ ਹੈ। ਇਹਦੀ ਵਿਚਾਰ ਦਾ ਪਹਿਲੀ ਗੱਲ ਤਾਂ ਹੀਆ ਕਰਨਾ ਨਹੀਂ ਚਾਹੀਦਾ, ਕਿਉਂਕਿ ਇਹ ਕੁਦਰਤੀ ਸਿਫਤ ਰੂਪ ਦੇ ਵਿੱਚ ਆ। ਇਹਨੂੰ ਜਿੰਨੀ ਵਾਰੀ ਗਾਇਨ ਦੇ ਨੁਕਤੇ ਤੋਂ ਗਾਵਾਂਗੇ ਇਹ ਆਪਣੇ ਅਨੁਭਵ ਦਾ, ਆਪਣੇ ਅਰਥ ਦਾ ਪ੍ਰਕਾਸ਼ ਆਪਣੇ ਆਪ ਕਰੇਗੀ। ਪਰ ਅਸੀਂ ਐਸਾ ਕਰਦੇ ਨਹੀਂ। ਅਸੀਂ ਤਾਂ ਭੱਟ ਸਾਹਿਬਾਨਾਂ ਦੇ ਸਵਈਆਂ ਨੂੰ ਵੀ ਪਾਠ ਦੇ ਵਿੱਚ ਪਾਇਆ ਹੋਇਆ ਹੈ। ਨਾ ਛੰਦ ਦੀ ਚਾਲ ਪਤਾ ਹੈ, ਨਾ ਕੁਝ ਹੋਰ ਪਤਾ ਹੈ। ਹਰਿਮੰਦਰ ਸਾਹਿਬ ਦੇ ਅੰਦਰ ਇਹ ਪਰੰਪਰਾ ਅੱਜ ਤੱਕ ਬਚੀ ਹੋਣ ਦਾ ਜਾਂ ਅੱਜ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਮਤਲਬ ਹੈ ਕਿ ਇਹ ਬਾਣੀ ਕੀਰਤਨ ਦਾ ਭਾਗ ਹੈ। ਪਰ ਅਸੀਂ ਇਹਨੂੰ ਪਾਠ ਬਣਾਇਆ ਹੋਇਆ ਕਿਉਂਕਿ ਅਸੀਂ ਥੋੜ੍ਹੇ ਜ਼ਿਆਦਾ ਸਿਆਣੇ ਹਾਂ। ਸਾਨੂੰ ਨਹੀਂ ਪਤਾ ਕਿ ਸਾਨੂੰ ਸਤਿਗੁਰੂ ਨੇ ਕਿਵੇਂ ਕਿਹੜੀ ਗੱਲ ਦ੍ਰਿੜ ਕਰਾਈ। ਜਪਜੀ ਸਾਹਿਬ ਰਾਗ ਦੇ ਅੰਦਰ ਨਹੀਂ ਰੱਖਿਆ ਹੋਇਆ। ਉਹਦਾ ਮਤਲਬ ਜਪਜੀ ਸਾਹਿਬ ਦਾ ਕੀਰਤਨ ਨਹੀਂ ਹੋ ਸਕਦਾ। ਕੀਰਤਨ ਦਾ ਮਤਲਬ ਇਹ ਨਹੀਂ ਕਿ ਉਹਦਾ ਸ਼ਬਦ ਨਹੀਂ ਗਾਇਆ ਜਾ ਸਕਦਾ। ਮਤਲਬ ਕਿ ਜਿਹੜਾ ਜਪਜੀ ਸਾਹਿਬ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ ਉਹ ਵਿਚਾਰ ਦੇ ਨਾਲ ਸਮਝ ਆਏਗਾ, ਕੀਰਤਨ ਦੇ ਨਾਲ ਨਹੀਂ ਸਮਝ ਆਏਗਾ। ਪਰ ਬਾਕੀ ਬਾਣੀ ਸਾਰੀ ਰਾਗ 'ਚ ਰੱਖੀ ਹੈ। ਇਸ ਕਰਕੇ ਭੱਟ ਸਾਹਿਬਾਨਾਂ ਦੀ ਜਿਹੜੀ ਬਾਣੀ ਹੈ ਇਹ ਉਹਨਾਂ ਨੇ ਬੜੀ ਉੱਚੀ ਸੁਰਤ ਦੇ ਵਿੱਚ ਜਾ ਕੇ ਉਚਾਰੀ ਹੋਈ। ਇਸ ਕਰਕੇ ਹੁਣ ਭੱਟ ਸਾਹਿਬਾਨ ਜੀ ਜਦੋਂ ਉਪਰੋਕਤ ਦੋ ਸਵਈਆਂ ਜ਼ਿਕਰ ਕਰ ਲੈਂਦੇ ਹਨ ਫਿਰ ਆਖਦੇ ਹਨ ਕਿ ਹੁਣ ਇਹ ਤੋਂ ਅੱਗੇ ਨਹੀਂ ਕਥਿਆ ਜਾਣਾ। ਜੇ ਕਥਾਂਗੇ ਤਾਂ ਸ਼ਬਦ ਦੀ ਸੀਮਾ ਆ ਜਾਵੇਗੀ, ਓਨੇ ਸ਼ਬਦ ਨਹੀਂ ਲੱਭਣੇ, ਓਡੇ ਵੱਡੇ ਦ੍ਰਿਸ਼ਟਾਂਤ ਨਹੀਂ ਲੱਭਣੇ, ਓਡੇ ਵੱਡੇ ਰੂਪਕ ਨਹੀਂ ਲੱਭਣੇ। ਹੁਣ ਇਹਦਾ ਜ਼ਿਕਰ ਕਰਦੇ ਹਾਂ। ਜਿਵੇਂ ਗੁਰੂ ਨੂੰ ਅਸੀਂ ਪਾਰਸ ਕਹਿ ਦਈਏ ਗੁਰੂ ਦੀ ਸਿਫਤ ਕਰਨ ਦੇ ਲਈ, ਪਰ ਪਾਰਸ ਤਾਂ ਲੋਹੇ ਨੂੰ ਸੋਨਾ ਕਰਦਾ, ਲੋਹੇ ਨੂੰ ਸੋਨਾ ਬਣਾ ਦਿੰਦਾ, ਪਾਰਸ ਥੋੜ੍ਹਾ ਬਣਾਉਂਦਾ। ਪਰ ਗੁਰੂ ਐਸਾ ਸਮਰੱਥ ਸਰੂਪ ਹੈ ਕਿ ਸਿੱਖ ਨੂੰ ਗੁਰੂ ਹੀ ਬਣਾ ਲੈਂਦਾ। ਇਸ ਕਰਕੇ ਪਾਰਸ ਕਹਿ ਕੇ ਵੀ ਗੁਰੂ ਦੀ ਸਿਫਤ ਨਹੀਂ ਕਰ ਸਕਦੇ। ਗੁਰੂ ਨੂੰ ਸੂਰਜ ਕਹਿ ਦਈਏ ਤਾਂ ਵੀ ਗੁਰੂ ਦੀ ਸਿਫਤ ਨਹੀਂ ਹੋ ਸਕਦੀ। ਸੂਰਜ ਨੂੰ ਗ੍ਰਹਿਣ ਲੱਗਦਾ ਹੈ, ਸੂਰਜ ਨੂੰ ਬੱਦਲ ਢੱਕ ਲੈਂਦੇ ਨੇ, ਬੜਾ ਕੁਝ ਹੋ ਜਾਂਦਾ ਹੈ। ਸੂਰਜ ਘਟਦਾ ਵੱਧਦਾ ਰਹਿੰਦਾ ਸੂਰਜ ਦਾ ਪ੍ਰਕਾਸ਼, ਪਰ ਗੁਰੂ ਦੇ ਸਰੂਪ ਦਾ ਪ੍ਰਕਾਸ਼ ਤਾਂ ਅਟੱਲ ਰਹਿੰਦਾ ਹੈ। 1604 ਵਿੱਚ ਜਿੰਨਾ ਗੁਰਬਾਣੀ ਦਾ ਪ੍ਰਕਾਸ਼ ਸੀ ਅੱਜ ਵੀ ਓਨਾ ਵਧੇਕ ਹੈ ਅੱਜ ਉਹਦੇ ਨਾਲੋਂ।
ਇਸ ਕਰਕੇ ਕੋਈ ਐਸਾ ਉਪਮਾਨ ਪ੍ਰਮਾਣ ਨਹੀਂ ਵਰਤਿਆ ਜਾ ਸਕਦਾ ਜਿਹਦੇ ਨਾਲ ਗੁਰੂ ਦੀ ਸਿਫਤ ਕੀਤੀ ਜਾ ਸਕੇ। ਫਿਰ ਭੱਟ ਸਾਹਿਬਾਨ ਜਦੋਂ ਐਸੀ ਅਵਸਥਾ ਵਿੱਚ ਆ ਜਾਂਦੇ ਹਨ, ਫਿਰ ਆਖਦੇ ਹਨ, ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕੇ। ਗੁਰੂ ਰਾਮਦਾਸ ਸਾਹਿਬ ਜੀ, ਤੁਹਾਡੀ ਸਿਫਤ ਕਰਨੀ ਤਾਂ ਇਹ ਗੱਲ ਛੱਡੀ, ਤੁਹਾਡਾ ਨਾਮ ਹੀ ਜਿਹੜਾ ਰਾਮਦਾਸ 4 ਅੱਖਰਾਂ ਦਾ ਨਾਮ ਹੈ, ਇਹਦੇ ਤੋਂ ਹੀ ਵਾਰ-ਵਾਰ ਬਲਹਾਰ ਜਾਈ ਜਾਵਾਂ, ਇਹੀ ਸਾਡੇ ਜੀਵਨ ਦੀ ਪਰਮ ਸਫਲਤਾ ਹੈ। ਕਵਨ ਉਪਮਾ ਦਿਓ ਕਵਨ ਸੇਵਾ ਸਰਿਓ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ। ਤੇ ਆਖਦੇ ਹਨ ਕਵਨ ਉਪਮਾ ਦਿਓ, ਕਿਹੜਾ ਰੂਪਕ ਘੜਾ। ਰੂਪਕ ਦਾ ਭਾਵ ਹੈ ਕਿ ਕਿਹੜੀ ਚੀਜ਼ ਦੇ ਨਾਲ ਤੁਲਨਾ ਦੇਵਾਂ ਤਾਂ ਕਿ ਤੁਹਾਡੀ ਸਿਫਤ ਹੋ ਜਾਵੇ। ਕਹਿੰਦੇ ਕੋਈ ਪ੍ਰਮਾਣ ਰੂਪਕ ਨਹੀਂ ਲੱਭਦਾ। ਕਵਨ ਸੇਵਾ ਸਰਿਓ, ਕਿਹੜੀ ਸੇਵਾ ਕਰਾਂ, ਸਰੀਰ ਕਰਕੇ, ਮਨ ਕਰਕੇ, ਸੁਰਤ ਕਰਕੇ। ਕਹਿੰਦੇ ਇਹਦੇ ਨਾਲ ਵੀ ਤੁਹਾਡੀ ਪੂਰੀ ਸੇਵ ਨਹੀਂ ਹੋ ਸਕਦੀ। ਏਕ ਮੁਖ ਰਸਨਾ, ਫਿਰ ਕਹਿੰਦੇ ਇੱਕੋ ਹੀ ਕਿਰਪਾ ਬਚਦੀ ਹੈ ਕਿ ਜਿਹੜੀ ਜ਼ੁਬਾਨ ਦਿੱਤੀ ਹੋਈ ਹੈ, ਇਹਦੇ ਉੱਪਰ ਆਪ ਜੀ ਦੇ ਨਾਮ ਦਾ ਬਾਰ-ਬਾਰ ਜ਼ਿਕਰ ਕਰਾਂ ਤਾਂ ਕਿ ਮੇਰੀ ਰਸਨਾ ਅੰਮ੍ਰਿਤ ਰਸ ਦੇ ਸਹਿਤ ਹੋ ਜਾਵੇ। ਤੇ ਦੋਨੋਂ ਹੱਥ ਜੋੜ ਕੇ ਇਹ ਮੇਰੀ ਬਿਨੈ ਹੈ, ਫੁਨ ਮਨ ਬਚ ਕਰਮ ਜਾਨ, ਅਨਤ ਦੂਜਾ ਨਾ ਮਾਨ, ਨਾਮ ਸੋ ਅਪਾਰ ਸਾਰ, ਦੀਨੋ ਗੁਰ ਰਿਦ ਧਰ। ਤਾਂ ਹੁਣ ਜਿਵੇਂ ਆਰੰਭ ਦੇ ਵਿੱਚ ਜ਼ਿਕਰ ਕੀਤਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਦਾ ਧਿਆਨ ਧਰਨਾ, ਰਾਮਦਾਸ ਦਾ ਭਾਵ ਜਿਹੜਾ ਰਮੰਤੀ ਰਾਮ ਹੈ ਉਹਦੇ ਪ੍ਰਤੀ ਸਮਰਪਿਤ ਹੋ ਜਾਣਾ। ਤਾਂ ਭੱਟ ਸਾਹਿਬਾਨ ਜੀ ਨੇ ਹੁਣ ਉਹੀ ਜ਼ਿਕਰ ਕੀਤਾ, ਫੁਨ ਬਨ। ਕਹਿੰਦੇ ਇਸ ਕਰਕੇ ਮੈਂ ਹੁਣ ਕੁਝ ਕਹਿਣਾ ਨਹੀਂ, ਕੁਝ ਬੋਲਣਾ ਨਹੀਂ, ਬਸ ਗੁਰੂ ਸਾਹਿਬ ਜੀ ਇੰਨਾ ਕਰਨਾ ਹੈ, ਮਨ ਅਤੇ ਬਚਨ ਅਤੇ ਕਰਮ ਕਰਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਤੁਹਾਨੂੰ ਹੀ ਜਾਣਨਾ ਹੈ। ਅਨੰਤ ਦੂਜਾ ਨਾ ਮਾਨ, ਮੈਨੂੰ ਕਿਸੇ ਹੋਰ ਦੂਜੇ ਦੀ ਹੋਂਦ ਨਾ ਨਜ਼ਰ ਆਵੇ। ਜੋ ਦੇਖਾਂ ਉਹ ਤੁਹਾਡਾ ਰੂਪ ਲੱਗੇ, ਜੋ ਸੁਣਾ ਉਹ ਤੁਹਾਡਾ ਜਿਹੜਾ ਗੀਤ ਲੱਗੇ, ਤੁਹਾਡਾ ਸ਼ਬਦ ਲੱਗੇ। ਜੋ ਮੈਂ ਚੱਲਾਂ ਉਹ ਤੁਹਾਡੇ ਮਾਰਗ ਵੱਲ ਚੱਲਣਾ ਹੋਵੇ। ਅਨੰਤ ਦੂਜਾ ਨਾ ਮਾਨ, ਨਾਮ ਸੋ ਅਪਾਰ ਸਾਰ, ਦੀਨੋ ਗੁਰ ਰਿਦ ਧਰ। ਕਿ ਐਸਾ ਗੁਰੂ ਨਾਮ ਦਾ ਅਨੁਭਵ ਹਿਰਦੇ ਅੰਦਰ ਬਖਸ਼ਿਸ਼ ਕਰਦਾ ਹੈ। ਨਲ ਕਵ ਪਾਰਸ ਪਰਸ, ਕੱਚ ਕੰਚਨਾ ਹੋਏ ਚੰਦਨਾ, ਸੁਬਾਸ ਜਾਸ ਸਿਮਰਤ ਅਨਤਰ। ਇਸ ਕਰਕੇ ਭੱਟ ਨਲ ਜੀ ਆਖਦੇ ਹਨ, ਹੇ ਗੁਰੂ ਰਾਮਦਾਸ ਸਾਹਿਬ ਜੀ, ਕਿਉਂਕਿ ਆਪ ਜੀ ਵਰਗੀ ਅਸੀਂ ਵੱਡੀ ਸੇਵ ਨਹੀਂ ਕਮਾ ਸਕਦੇ। ਜਿਵੇਂ ਆਪ ਜੀ ਨੇ ਗੁਰੂ ਅਮਰਦਾਸ ਸਰੂਪ ਦਾ ਧਿਆਨ ਧਰ ਕੇ ਸ਼ਬਦ ਦੀ ਕਮਾਈ ਕੀਤੀ, ਉਵੇਂ ਅਸੀਂ ਨਹੀਂ ਕਰ ਸਕਦੇ। ਪਰ ਇਤਨਾ ਤੋਂ ਹੈ, ਨਲ ਕਵ ਪਾਰਸ ਪਰਸ, ਕਿ ਜਦੋਂ ਪਾਰਸ ਦੇ ਨਾਲ ਕਹਿਣ ਲੱਗੇ ਆਪ ਜੀ ਉਸ ਪਾਰਸ ਵਰਗੇ ਨਹੀਂ ਜਿਹੜਾ ਸੋਨੇ ਤੋਂ ਲੋਹਾ ਕਰਦਾ ਹੈ। ਆਪ ਜੀ ਪਾਰਸ ਦੇ ਨਾਲ ਪਰਸ ਕਰਕੇ ਪਾਰਸ ਹੀ ਬਣਾ ਲੈਂਦੇ ਹੋ। ਕੱਚ ਕੰਚਨਾ ਹੋਏ ਚੰਦਨਾ, ਤੇ ਜਿਹੜਾ ਕੱਚ ਹੈ, ਜਿਵੇਂ ਪਾਰਸ ਕੱਚ ਨੂੰ ਸੋਨੇ ਵਰਗਾ ਬਣਾ ਦਿੰਦਾ, ਲੋਹੇ ਨੂੰ ਸੋਨੇ ਵਰਗਾ ਬਣਾ ਦਿੰਦਾ ਹੈ, ਇਵੇਂ ਆਪ ਜੀ ਦੀ ਮੁਬਾਰਕ ਸ਼ਰਨ ਨੇ ਸਾਨੂੰ ਐਸਾ ਜੀਵਨ ਦੇ ਦਿੱਤਾ ਹੈ ਕਿ ਜਿਹੜਾ ਹੁਣ ਕੁਦਰਤੀ ਜਿਹੜਾ ਹੈ ਉਹ ਸੋਨੇ ਵਰਗਾ ਹੋ ਗਿਆ ਹੈ। ਚੰਦਨਾ ਸੁਬਾਸ ਜਾਸ, ਤੇ ਚੰਦਨ ਦੇ ਨਿਕਟ ਰਹਿਣ ਵਾਲੀ ਲੱਕੜੀ ਖੁਸ਼ਬੂ ਵਾਲੀ ਹੋ ਜਾਂਦੀ ਹੈ। ਆਖਦੇ ਨੇ ਇਸੇ ਪ੍ਰਕਾਰ ਆਪ ਜੀ ਨੇ ਗਿਆਨ ਦੀ, ਭਗਤੀ ਦੀ ਐਸੀ ਮਹਿਕ ਦਿੱਤੀ ਹੈ ਕਿ ਸਾਡੇ ਜੀਵਨ ਦੇ ਵਿੱਚ ਵੀ ਉਹ ਗੁਣ ਪ੍ਰਫੁੱਲਤ ਹੋ ਗਏ ਹਨ। ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ, ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਜਾ ਕੇ ਦੇਖਤ ਦੁਆਰੇ। ਹੁਣ ਭੱਟ ਸਾਹਿਬ ਜੀ ਨੇ ਜ਼ਿਕਰ ਕੀਤਾ ਦੁਆਰੇ। ਗੁਰੂ ਰਾਮਦਾਸ ਸਾਹਿਬ ਜੀ ਦੇ ਮੁਬਾਰਕ ਦਰ 'ਤੇ ਅਸੀਂ ਸਾਰੇ ਜਾਂਦੇ ਹਾਂ। ਆਮ ਧਰਤੀ ਦੀ ਸਤਹ ਤੋਂ ਕਿਤਨਾ ਨੀਵਾਂ ਜਿਹੜਾ ਹੈ, ਕਿਤਨਾ ਹੇਠਾਂ ਨੂੰ ਬਣਿਆ ਹੋਇਆ ਪਵਿੱਤਰ ਹਰਿਮੰਦਰ ਸਾਹਿਬ ਦਾ ਮੁਕੱਦਸ ਅਸਥਾਨ। ਕਹਿੰਦੇ ਤੁਹਾਡੇ ਦੁਆਰੇ ਨੂੰ ਦੇਖ ਕੇ ਹੀ ਨਿਮਰਤਾ ਦਾ ਪਹਿਲਾ ਸਬਕ ਮਿਲਦਾ ਹੈ, ਜਿਹਦੇ ਕਰਕੇ ਕਾਮ ਕ੍ਰੋਧ ਹੀ ਨਿਵਾਰੇ, ਕਾਮ ਕ੍ਰੋਧ ਸਾਰੇ ਨਾਸ਼ ਹੋ ਜਾਂਦੇ ਹਨ। ਜੀ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕੇ। ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਸੱਚੇ ਨਾਮ ਤੋਂ ਮੈਂ ਵਾਰ-ਵਾਰ ਸਦ ਬਲਹਾਰ ਕੁਰਬਾਨ ਜਾਨਾ ਹਾਂ। ਕਿ ਭਾਵ ਇਹ ਭਗਤੀ ਦੀ ਬੜੀ ਸਿਖਰਲੀ ਅਵਸਥਾ ਹੈ। ਮੈਂ ਕੱਲ੍ਹ ਕਿਸੇ ਨਾਲ ਜ਼ਿਕਰ ਕਰ ਰਿਹਾ ਸੀ ਕਿ ਮੇਰੀ ਦ੍ਰਿਸ਼ਟੀ ਦੇ ਵਿੱਚ ਜਿਹੜੇ ਸਿੱਖ ਪੰਥ ਦੇ ਸਭ ਤੋਂ ਵੱਡੇ ਵਿਦਵਾਨ ਨੇ ਇਸ ਵਕਤ, ਜਿਹੜੇ ਅਜੇ ਜੀਵਤ ਹਨ, ਇਸ ਦੁਨੀਆ ਦੇ ਵਿੱਚ ਵਿਚਰ ਰਹੇ ਹਨ,
ਸੋਚਿਆ ਕਿ ਇਹਨਾਂ ਦੇ ਗਿਆਨ ਨੂੰ ਦੁਨੀਆ ਸਜਦਾ ਕਰਦੀ ਹੈ, ਚਲੋ ਇਹਨਾਂ ਕੋਲ ਜਾ ਕੇ ਕੋਈ ਵੱਡਾ ਅਨੁਭਵ ਪ੍ਰਾਪਤ ਕਰਾਂਗੇ। ਉਹਨਾਂ ਕੋਲ ਜਾ ਕੇ ਕਿਹਾ ਜੀ ਕੋਈ ਜੀਵਨ ਦਾ ਅਨੁਭਵ ਦੱਸੋ, ਕਿਉਂਕਿ ਤੁਹਾਡੀਆਂ ਪੁਸਤਕਾਂ, ਤੁਹਾਡਾ ਗਿਆਨ ਸੰਸਾਰ ਦੀ ਸਮਝ ਵਿੱਚ ਨਹੀਂ ਆਇਆ, ਕਿੰਨਾ ਵੱਡਾ ਗਿਆਨ ਹੋਏਗਾ। ਉਹਨਾਂ ਨੇ ਜਿਹੜਾ ਸਬਕ ਦਿੱਤਾ ਉਹ ਕਹਿਣ ਲੱਗੇ ਇਹ ਸਭ ਉਰੇ ਦੀਆਂ ਗੱਲਾਂ ਹਨ, ਪਾਰ ਦੀ ਗੱਲ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਉਹ ਆਪ ਵੀ ਸਾਰਾ ਦਿਨ ਇਸੇ ਅਭਿਆਸ ਵਿੱਚ ਰਹਿੰਦੇ ਹਨ। ਇਸ ਕਰਕੇ ਜਦੋਂ ਭੱਟ ਸਾਹਿਬਾਨ ਆਖਦੇ ਆ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਤਾਂ ਉਹ ਆਖਦੇ ਹਨ ਕਿ ਬਾਕੀ ਗੱਲਾਂ ਤਾਂ ਉਹ ਤਾਂ ਬੜੇ ਅੱਗੇ ਦੀਆਂ ਹਨ। ਜੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲੈਣ ਦੇ ਨਾਲ ਹੀ ਸਾਡੇ ਜੀਵਨ, ਉਹਨਾਂ ਦੇ ਨਾਮ ਲੈਣ ਦੇ ਨਾਲ ਹੀ ਸਾਰੀ ਬਰਕਤ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਬਾਰਕ ਨਾਮ ਤੋਂ ਹੀ ਬਲਹਾਰ ਜਾਣਾ ਚਾਹੀਦਾ ਹੈ। ਇਸ ਪ੍ਰਕਾਰ ਭੱਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਸਲਾਹ ਕੱਥਦੇ ਹਨ। ਸਤਿਗੁਰੂ ਕਿਰਪਾ ਕਰਨ, ਜਿਵੇਂ ਭੱਟ ਸਾਹਿਬਾਨਾਂ ਦੇ ਅੰਦਰ ਗੁਰੂ ਮੂਰਤ ਦਾ ਅਥਾਹ ਪ੍ਰਕਾਸ਼ ਹੋਇਆ, ਗੁਰੂ ਦੀ ਰਹਿਮਤ ਦੇ ਉਹਨਾਂ ਨੂੰ ਸਾਰੇ ਦਰਸ਼ਨ ਹੋਏ, ਉਵੇਂ ਸਾਨੂੰ ਵੀ ਸਾਰਿਆਂ ਨੂੰ ਐਸੀ ਅਵਸਥਾ ਹਾਸਲ ਹੋਵੇ ਅਤੇ ਸਤਿਗੁਰੂ ਸਰੂਪ ਦੇ ਨਾਲ ਸਾਡੀ ਅਥਾਹ ਸ਼ਰਧਾ, ਭਰੋਸਾ, ਜਗਿਆਸਾ ਅਤੇ ਸੇਵਾ ਦਾ ਭਾਵ ਜੁੜ ਕੇ ਸਤਿਗੁਰੂ ਦੀ ਰਹਿਮਤ ਨੂੰ ਸਦੀਵੀ ਮਾਣਦੇ ਰਹੀਏ ਜੀ। ਸ਼ਬਦ ਵਿਚਾਰ ਦੀ ਲੜੀਵਾਰ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ